सतनाम श्री वाहेगुरु जी ने माणिया दे मान गुरु ने ताणिया दे ताण गुरु। सरनाए जियो मैं आशा आशा रखी चित में मैं आशा रखी चित में मेरा सब दुख गवाए दियो। एक मन पुरख ते है बरदाता संत सहार सदा बिखियाता तास चरण लहर दे बसावो तो परम गुरु नानक गुण गावो गावो गुण परम गुरु सुख सागर दुर्त निवारण शब्द सरे गावे गंभीर तीर मत सागर जोगी जंगम ध्यान करे। आत्म रस जिन जानियो कब कल सुजस गावो गुरु नानक राज जोग जिन मानियो आनंद गुण निधान गुरु गरीब निवाज सारी संगत गज के बोलना सतनाम श्री वाहेगुरु जी।
ਸਿੰਘ ਦਸ਼ਮੇਸ਼ ਦਾ ਹੈ, ਸਿੰਘ ਦਸ਼ਮੇਸ਼ ਦਾ ਹੈ, ਖਾਲਸਾ ਕਹਾਵੇ ਜਿਹੜਾ ਸਿੰਘ ਦਸ਼ਮੇਸ਼ ਦਾ ਹੈ, ਖਾਲਸਾ ਕਹਾਵੇ ਜਿਹੜਾ। ਸਿੰਘ ਦਸ਼ਮੇਸ਼ ਦਾ ਹੈ, ਸਿੰਘ ਦਸ਼ਮੇਸ਼ ਦਾ ਹੈ, ਖਾਲਸਾ ਕਹਾਵੇ ਜਿਹੜਾ। ਤਲੀ ਉੱਤੇ ਸੀਸ ਤਾਰੇ, ਤਲੀ ਉੱਤੇ ਸੀਸ ਤਾਰੇ, ਮੌਤ ਨੂੰ ਵੰਗਾਰਦਾ। ਤਲੀ ਉੱਤੇ ਸੀਸ ਤਾਰੇ, ਮੌਤ ਨੂੰ ਵੰਗਾਰਦਾ। ਹੱਥ ਵਿੱਚ ਤਗ ਲੈ ਕੇ, ਹੱਥ ਵਿੱਚ ਤਗ ਲੈ ਕੇ, ਤਾਣ ਲਾਵੇ ਵੈਰੀਆਂ ਦੇ। ਮੁਖ ਪੈੜੇ ਬਾਣੀ ਸਦਾ, ਮੁਖ ਪੈੜੇ ਬਾਣੀ ਸਦਾ, ਰੱਬ ਨੂੰ ਚਿਤਾਰਦਾ। ਮੁਖ ਪੈੜੇ ਬਾਣੀ ਸਦਾ, ਰੱਬ ਨੂੰ ਚਿਤਾਰਦਾ। ਭਾਜੀਏ ਨੇ ਮੋੜੀ ਸਦਾ, ਭਾਜੀਏ ਨੇ ਮੋੜੀ ਸਦਾ, ਨਿਉਂਗਰੇ ਦੇ ਰੂਪ ਵਿੱਚ। ਹਿੰਦ ਵਾਲਾ ਵੈਰੀ ਜਾ ਕੇ, ਹਿੰਦ ਵਾਲਾ ਵੈਰੀ ਜਾ ਕੇ, ਲੰਡਨ ਚ ਮਾਰਦਾ। ਹਿੰਦ ਵਾਲਾ ਵੈਰੀ ਜਾ ਕੇ, ਲੰਡਨ ਚ ਮਾਰਦਾ। ਸੋਹਣ ਜੀ ਦਾ ਨਾਮ ਸੁਣੇ, ਸੋਹਣ ਜੀ ਦਾ ਨਾਮ ਸੁਣੇ, ਵੈਰੀ ਹੁੰਦੇ ਜਾਣ ਸੁਣੇ। ਰੋਬ ਹੈ ਅਨੋਖਾ ਇਸ, ਰੋਬ ਹੈ ਅਨੋਖਾ ਇਸ, ਸਿੰਘ ਸਰਦਾਰ ਦਾ। ਰੋਬ ਹੈ ਅਨੋਖਾ ਇਸ, ਸਿੰਘ ਸਰਦਾਰ ਦਾ। वाली कुल आलम
ਹਲਤ ਪਲਤ ਰੱਖਿਅਕ ਜਗਦੀ ਜੋਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨਾਂ 'ਚ ਬੈਠ ਕੇ ਗੁਰੂ ਚਰਨਾਂ ਵਿੱਚੋਂ ਖੁਸ਼ੀ ਪ੍ਰਾਪਤ ਕਰਨ ਦਾ ਯਤਨ ਕਰ ਰਹੇ ਸਤਿਗੁਰਾਂ ਦਾ ਖਾਸ ਰੂਪ ਸਵਰੂਪ ਸਤ ਸੰਗਤ ਜੀਓ, ਸੇਵਕ ਜਥੇ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਆਦਬ ਔਰ ਸਤਿਕਾਰ ਦੇ ਨਾਲ ਸਰਬੱਤ ਸੰਗਤ ਸਤਿਗੁਰਾਂ ਦੇ ਪਾਵਨ ਚਰਨਾਂ ਸੀਸ ਝੁਕਾਉਂਦੇ ਹੋਏ ਪਿਆਰ ਚਾਓ ਤੇ ਗੱਜ ਕੇ ਗਜਾਓ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦੇ ਆਸ ਸਰਬੱਤ ਸੰਗਤਾਂ ਸੁਨਹਿਰੀ ਪੱਤਰੇ ਮੇਰੇ ਤੋਂ ਪਹਿਲਾਂ ਸਾਡੇ ਡਿਸਟ੍ਰਿਕਟ ਗੁਰਦਾਸਪੁਰ ਦਾ ਮਾਨ ਬਹੁਤ ਹੀ ਵਿਦਵਾਨ ਮੇਰਾ ਵੀਰ ਭਾਈ ਸੁੱਚਾ ਸਿੰਘ ਜੀ ਡੇਰਾ ਪਠਾਣਾ ਵਾਲੇ ਸਿੱਖ ਕੌਮ ਦੀ ਆਨ ਸ਼ਾਨ ਦੀ ਉਦਾਸਤਾਨ ਤੁਹਾਡੇ ਨਾਲ ਸਾਂਝਾ ਕਰ ਰਹੇ ਸਨ, ਜਿਹਨੂੰ ਸਰਵਣ ਕਰਕੇ ਅਸੀਂ ਫਖਰ ਮਹਿਸੂਸ ਕਰਦੇ ਹਾਂ। ਗੁਰ ਇਤਿਹਾਸ ਤੋਂ ਬਾਅਦ ਜਦੋਂ ਸਿੱਖ ਇਤਿਹਾਸ ਪ੍ਰਾਰੰਭ ਹੁੰਦਾ ਹੈ, ਜਿਵੇਂ ਜਿਵੇਂ ਅਸੀਂ ਸੂਰਮਿਆਂ ਦੇ ਕਰਨੀਨਾਮੇ ਸਰਵਣ ਕਰਦੇ ਹਾਂ, ਸਾਡੇ ਡੌਲੇ ਫਰਕਦੇ ਹਨ, ਇਨਸਾਨ ਨੂੰ ਜੋਸ਼ ਆਉਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਸਿੰਘ ਸਾਜ ਕੇ ਪੰਜਾਬ ਦੀ ਧਰਤੀ ਵੱਲ ਤੋਰਿਆ। ਇੱਕ ਗੱਲ ਨੋਟ ਕਰਿਓ, ਜਿੰਨੇ ਉਹਦੇ ਚੇਲੇ ਸਨ ਬੈਰਾਗੀ, ਜਿਹੜੇ ਉਹਦੇ ਚਾਰ ਚਫੇਰੇ ਮੰਡਰਾਉਂਦੇ ਸਨ, ਕਿਸੇ ਨੇ ਵੀ ਬਾਂਹ ਖੜੀ ਕਰਕੇ ਗੱਲ ਨਹੀਂ ਆਖੀ ਕਿ ਅਸੀਂ ਆਪਣੇ ਗੁਰੂ ਦੇ ਨਾਲ ਜਾਵਾਂਗੇ ਮਰਨ ਵਾਸਤੇ। ਬਾਬਾ ਬੰਦਾ ਸਿੰਘ ਦੇ ਨਾਲ ਉਹਦਾ ਇੱਕ ਵੀ ਚੇਲਾ ਜਿਹੜਾ ਆਪਣੇ ਆਪ ਨੂੰ ਰੱਬ ਦੇ ਪੁਜਾਰੀ ਸਦਵਾਉਂਦੇ ਸਨ, ਉਹ ਬਲ ਦੀ ਅੱਗ 'ਚ ਛਾਲ ਮਾਰਨ ਵਾਸਤੇ ਤਿਆਰ ਨਾ ਹੋਏ। ਜ਼ੁਲਮ ਹੋਇਆ ਹਿੰਦੁਸਤਾਨ ਦੀ ਧਰਤੀ ਦੇ ਉੱਤੇ, ਨਤਾਣੀ ਜਨਤਾ ਦੇ ਉੱਤੇ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਆਏ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਅਸੀਂ ਤੁਹਾਡੇ ਵਾਸਤੇ ਮਰਾਂਗੇ, ਪਰ ਜਿਹੜੇ ਆਏ ਸਨ ਬਾਕੀ ਜਨਤਾ ਤੇ ਦਰਕਨਾਰ, ਚਾਹੀਦਾ ਨਾ ਜਿਹਦੀ ਗੱਲ ਕਰਨ ਵਾਸਤੇ ਬੰਦਾ ਜਾਵੇ ਉਹ ਜਨਤਾ ਪਿੱਛੇ ਹੋਵੇ ਉਸ ਲੀਡਰ ਦੇ ਵੀ ਅਸੀਂ ਇਹਨਾਂ ਦੇ ਮਗਰ ਹਾਂ। ਇੱਕ ਵੀ ਹਿੰਦੁਸਤਾਨ ਦਾ ਹਿੰਦੂ ਲੀਡਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਮਰਨ ਵਾਸਤੇ ਤਿਆਰ ਨਾ ਹੋਇਆ, ਇੱਕ ਵੀ। ਮੋਰਚੇ ਤੁਸਾਂ ਲਾਏ, ਕੁਰਬਾਨੀਆਂ ਤੁਸਾਂ ਕੀਤੀਆਂ, ਹਿਮਾਚਲ ਤੇ ਹਰਿਆਣਾ ਵੱਖਰਾ ਹੀ ਝੋਲੀ 'ਚ ਪਵਾ ਕੇ ਅਗਲੇ ਬੈਠ ਗਏ। ਸਿਰ ਤੁਸਾਂ ਨੇ ਵਢਾਏ, ਰਾਜ ਭਾਗ ਕੋਈ ਕਰ ਰਹੇ। ਅੱਜ ਅਸੀਂ ਦੁਨੀਆ ਦੇ ਲੋਕਾਂ ਨੂੰ ਇਹ ਗੱਲ ਕਹਿੰਦੇ ਹਾਂ ਕਿ ਅਸੀਂ 87% ਜਾਂ 90% ਕੁਰਬਾਨੀਆਂ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਕੀਤੀਆਂ। ਉਹ ਕਹਿੰਦੇ ਕਰੋ, ਉਹ ਕਹਿੰਦੇ 100% ਕਰੋ, ਮਰ ਜਾਓ ਸਾਰੇ ਦੇ ਸਾਰੇ ਹੀ, ਸਾਨੂੰ ਕੀ। ਦੁਨੀਆ ਦੇ ਵਿੱਚ ਵਾਹਿਦ ਇੱਕ ਐਸੀ ਨਸਲ ਜਿਹਨੇ ਬਗਾਨੇ ਮੋਢੇ ਦੇ ਉੱਤੇ ਬੰਦੂਕ ਰੱਖ ਕੇ ਹੱਥ ਵੀ ਬਗਾਨਿਆਂ ਦੇ ਇਸਤੇਮਾਲ ਕਰਕੇ ਹਿੰਦੁਸਤਾਨ ਦਾ ਰਾਜ ਭਾਗ ਹਾਸਲ ਕੀਤਾ। ਸਾਨੂੰ ਤੁਹਾਨੂੰ ਕੀ ਮਿਲਿਆ? ਕੁਝ ਵੀ ਨਾ। ਕਿਉਂ ਨਾ ਮਿਲਿਆ? ਕਿਉਂਕਿ ਅਸੀਂ ਇਤਿਹਾਸ ਦੇ ਪੰਨਿਆਂ ਤੋਂ ਕੁਝ ਸਿੱਖਿਆ ਨਹੀਂ। ਅਸੀਂ ਇਹੋ ਹੀ ਲਲਕਾਰੇ ਮਾਰੇ, ਅਸੀਂ ਮਰ ਗਏ ਜਾਂ ਅਸੀਂ ਮਾਰ ਦਿੱਤਾ। ਜਿਹੜੀ ਵੀ ਇਤਿਹਾਸ ਦੀ ਦਾਸਤਾਨ ਆਪਾਂ ਸਰਵਣ ਕਰਦੇ ਹਾਂ, ਉਹਦੇ ਹਰ ਪੰਕਤੀ ਵਿੱਚ ਗਹਿਰਾਈ ਵਿੱਚ ਉਤਰ ਕੇ ਵਾਚਣ ਦਾ ਯਤਨ ਕਰੋ। ਇਹ ਨਹੀਂ ਕਿ ਇਹ ਮੇਲਾ ਹੈ, ਨਿਆਣੇ ਪਟਾਕੇ ਚਲਾਉਂਦੇ ਆਉ ਨੂੰ ਭੱਜੇ ਫਿਰਨ, ਕੋਈ ਆਉ ਨੂੰ ਭੱਜਿਆ ਫਿਰੇ, ਸਾਡਾ ਕੋਈ ਕੰਟਰੋਲ ਨਾ ਹੋਵੇ, ਕੋਈ ਲੰਗਰ ਵਿੱਚ ਕਿਸੇ ਤਰ੍ਹਾਂ ਦਾ ਰੌਲਾ ਪੈਂਦਾ ਹੋਵੇ। ਸਾਡੇ ਵਿੱਚ ਇਹ ਘਾਟਾਂ ਹਨ ਔਰ ਅੱਜ ਇਹ ਸਾਡਾ ਹਸ਼ਰ ਹੈ। ਮੈਨੂੰ ਬਹੁਤ ਸਾਰੀਆਂ ਸਟੇਜਾਂ ਦੇ ਉੱਤੇ ਮੌਜੂਦਾ ਇਤਿਹਾਸ ਸੰਗਤਾਂ ਦੇ ਸਨਮੁਖ ਰੱਖਾਂ, ਇਹ ਹੁਕਮ ਹੁੰਦਾ ਹੈ। ਮੈਨੂੰ ਯਾਦ ਹੈ ਜਦੋਂ ਮੈਂ ਪਿਛਲੀ ਦਫਾ ਆਇਆ ਸਾਂ, ਉਦੋਂ ਵੀ ਹੁਕਮ ਹੋਇਆ ਸੀ ਵੀਰਾਂ ਵੱਲੋਂ
मौके दे उत्ते प्रसंग का मजमून प्रारंभ कर चुका सा, इस करके मैं मजमून तुहाडे चरनां च ना रख सकिया। इतिहास जिहड़ा अज बनता है उन्होंने कहण वास्ते स्टेज उत्ते 50 साल का समा लगता है। क्यों? जिहड़ा अज इतिहास बनया जे असीं अज कहांगे तो साडे विच बहुते सुनने वास्ते तैयार ना होणगे, बहुते कहण वास्ते तैयार ना होणगे, क्योंकि उस इतिहास दे विच असीं शामिल होवांगे। जदों स्टेज उत्ते सच्चाई बयान की जाएगी साडे कोल सुनी नहीं जानी, असीं आप इन्वाल्व हाँ उहदे विच। जदों 50 साल लंघ जाते इन्नी एक बंदे की मौत जिंदगी हुंदी उदों बंदा मर खप जाता है, फिर किसी की गल कर लगे असीं बड़ी खुशी महसूस करते हैं। नत्था मर गया, नत्था शहीद हो गया, नत्थे का पुत शहीद हो गया, उसका भणेवा शहीद हो गया, उसका नौकर शहीद हो गया, पिंड का चौकीदार शहीद हो गया। असीं ये गल्लां कीतियां। गुरु दे सिखा इतिहास नूं निरा स्वाद लैण वास्ते ना सोने नूं वाचण वास्ते सरवण कर। 4 घल्लूघारे साडे नाल वापरे। 4। पहली तो साडी बदकिस्मती है कि साडी धार्मिक संस्था श्रोमणी कमेटी भी कहती है साडे नाल 3 घल्लूघारे होए। कानूआन दी छंभ वाला, छोटा घल्लूघारा, कुप हड़ीड़े वाला ते जून 1984। एक घल्लूघारा साडे नाल वापरिया जो कौम के पहले बादशाह बाबा बंदा सिंह दे नाल वापरिया। पहले घल्लूघारे च गिणती का कोई हिसाब नहीं, 700 गड्ढा सिंहां दे सिरां दा, और पंजाब की धरती ते कोई बंदा जिउंदा नहीं, सिख जिउंदा नहीं। दूजे विच 11,000, तीसरे च 35,000 और चौथे च 70,000 सिंह शहीद होया। जिहड़े बाद च शहीद होए उन्हां दी गिणती अलग है। 70,000 घल्लूघारे दे विच मैं सिख इतिहास का चौथा घल्लूघारा तुहाडे चरनां च रखना चाहुंदा। जून 1984 का घल्लूघारा, मैं उहदी दर्द भरी दास्तान अपनी तुश बुद्धि अनुसार आप सरबत संगतां दे चरनां च रखना चाहुंदा हां। पर रख तां सकांगा, मैं भैणां दे चरनां च बेनती करदा, कई ते पिठ करके इधर बैठियां ने, दुहाई रब दी मैं कदी अपनी जिंदगी च स्टेज उत्ते यह गल नहीं आखी कि भैणों चुप कर जाओ। पर मैनू इत्थे पिछली दफा भी कहना पिया सी, हुण भी कह रहे हैं, कईयां ने तो मुनासिब समझा कि चले ही जाते हाँ, गल्लां तो रह नहीं सकते, वो उन्होंने मुबारक। पर यह 4 दीवारी च जिहड़ा भी बैठा है मैं उहदे कोल उम्मीद रखदा हाँ कि असीं होर कुछ नहीं कर सकते, उन्हां प्रति अपनी शरधा का इजहार करते हुए चुप करके तो बैठ जाइए। मैं थोड़ा जिहा पिछोकड़ शुरू करना चाहुंदा है, घल्लूघारा होया क्यों? कारण 1,45,000 मरबा मील राज भाग दे तुसी मालक, तुहाडा खालसा राज। साडे च गदार पैदा होए, ये राज भाग साडे कोलों खुस गया, अंग्रेज आ गए। अंग्रेज आन लगे, उन्होंने दुनिया दिया 2 महान कौमां नूं आख्या जिहड़ा राज तुहाडा सी मल्लिया सी, वो लै लो। उन्होंने मुसलमानों नूं आख्या तुसी अपना खिता लै लो, सिखां नूं आख्या तुसी अपना लै लो। देश के लीडर उदों गरक गए। बलदेव सिंह मान वर्गे जिन्हां दे कारखाने सन बंगाल दे विच, उन्होंने आख्या जे अपना राज भाग लै ले, मेरे कारखाने का की बनेगा। उन्होंने गुलामी प्रवान कर ली, पर अपना राज भाग वापस ना लिया। 17 मद्दां दे उत्ते, 17 शर्तां दे उत्ते हिंदुस्तान दे नाल रहना प्रवान कर लिया। वरना पहला देश पंजाब वखरा सी, हिंदुस्तान वखरा सी, ये तुसी सारे जानते हो। मैं जिहड़ी भी गल तुहाडे चरनां च करांगा, क्योंकि जिन्ना मेरे को समा है मैं जिथों तक इस मजबूर नूं खड़ सकिया खड़न का यतन करांगा। मैं इहनूं शार्टकट नहीं करांगा, वढ टुक नहीं करांगा, और बाप्रूफ हर गल मैं तुहाडे चरनां च साझा करन दा यतन करांगा। अपने कोलों कोई नहीं, लिखी हुई गल
ਜਿਹੜੀ ਪ੍ਰੂਫ ਦੇ ਤੌਰ ਦੇ ਉੱਤੇ ਤੁਹਾਡੇ ਸਾਹਮਣੇ 17 ਮੱਦਾਂ ਦੇ ਨਾਲ ਸੁਲ੍ਹਾ ਕਰ ਲਈ ਨਹਿਰੂ ਦੇ ਨਾਲ। ਦੇਸ਼ ਆਜ਼ਾਦ ਹੋ ਗਿਆ, ਸਿੱਖ ਕੌਮ ਗੁਲਾਮ ਹੋ ਗਈ। ਬਾਅਦ ਵਿੱਚ ਬਲਦੇਵ ਸਿੰਘ ਵਰਗਿਆਂ ਨੇ ਆਖਿਆ ਜਿਹੜੀਆਂ ਸ਼ਰਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਸਨ ਸਾਡੀਆਂ ਲਾਗੂ ਕਰੋ। ਨਹਿਰੂ ਨੇ ਅੰਗੂਠਾ ਵਿਖਾ ਕੇ ਆਖਿਆ, ਕਹਿੰਦਾ ਉਦੋਂ ਸਮਾਂ ਹੋਰ ਸੀ ਹੁਣ ਹੋਰ ਹੈ, ਤੁਹਾਡੀ ਕੋਈ ਗੱਲ ਸਾਨੂੰ ਪ੍ਰਵਾਨ ਨਹੀਂ। ਬਲਦੇਵ ਸਿੰਘ ਨੇ ਮਰਨ ਲੱਗੇ ਗੱਲ ਆਖੀ ਕਿ ਮੈਂ ਸਿੱਖਾਂ ਨੂੰ ਹਿੰਦੂਆਂ ਦੇ ਗੁਲਾਮ ਬਣਾ ਕੇ ਚੱਲਿਆ। ਕੌਮ ਗੁਲਾਮ ਹੈ, ਫਿਰ ਆਜ਼ਾਦ ਨਹੀਂ ਹੋਈ। ਉਹਦੀ ਵਰਡਿੰਗ ਜੋ ਕੁਝ ਹੈ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ, ਮੈਂ ਗੁਲਾਮ ਬਣਾ ਕੇ ਚੱਲਿਆ। ਫਿਰ ਤੁਸਾਂ ਨੇ ਮੋਰਚੇ ਲਾਏ, ਬਜ਼ੁਰਗ ਜਾਣਦੇ ਹਨ, ਪੰਜਾਬੀ ਸੂਬੇ ਵਾਸਤੇ। ਪੰਜਾਬ ਨੂੰ ਵੱਢ ਟੁੱਕ ਕੇ ਤੁਹਾਨੂੰ ਇੱਕ ਸੂਬੀ ਦਿੱਤੀ ਗਈ, ਹਿਮਾਚਲ ਔਰ ਹਰਿਆਣਾ ਇਹਦੇ ਚੋਂ ਕੱਢ ਦਿੱਤੇ ਗਏ। ਮੋਰਚੇ ਲੱਗਣੇ ਸ਼ੁਰੂ ਹੋਏ, ਸਿੱਖ ਕੌਮ ਜਾਗਰੂਕ ਨਾ ਹੋ ਜਾਵੇ। ਸਾਡੀ ਇੰਡੀਆ ਸਰਕਾਰ ਨੇ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਸਾਧ ਭੇਜਿਆ ਜਿਹਨੂੰ ਗੁਰਬਚਨਾ ਨਰਕਧਾਰੀ ਆਖਦੇ ਸਨ, ਨਕਲੀ ਨਿਰੰਕਾਰੀ, ਜਿਹਦੇ ਆਣ ਕੇ 7 ਸਿਤਾਰੇ ਥਾਪੇ। ਉਹਨੇ ਆਖਿਆ 5 ਪਿਆਰਿਆਂ ਦੀ ਲੋੜ ਨਹੀਂ, 7 ਸਿਤਾਰੇ। ਜੋ ਕੁਝ ਉਹਨੇ ਐਲਾਨ ਕੀਤਾ ਉਹ ਮੇਰੇ ਕੋਲ ਸਟੇਜ ਉੱਤੇ ਕਹਿਣ ਵਾਸਤੇ ਸ਼ਬਦ ਨਹੀਂ, ਮੈਂ ਉਹ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂ ਜੋ ਜੋ ਉਹਨੇ ਹੁਕਮ ਕੀਤਾ ਹੈ, ਐਲਾਨ ਕੀਤਾ ਕਿ ਸਾਨੂੰ ਆਹ ਕੁਝ ਕਰਨਾ ਚਾਹੀਦਾ। ਇੱਥੋਂ ਤੱਕ ਕਹਿ ਦਿੱਤਾ ਕਿ ਇੱਕ ਭਰਾ ਆਪਣੀ ਭੈਣ ਦੇ ਨਾਲ ਵਿਆਹ ਕਰ ਸਕਦਾ, ਇੱਥੋਂ ਤੱਕ ਕਹਿ ਦਿੱਤਾ। ਬਾਕੀ ਕੀ ਕੁਝ ਉਸਨੇ ਆਖਿਆ ਤੁਸੀਂ ਜਾਣਦੇ ਹੋ। ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਹੁੰਦਾ ਸੀ, ਇਹਦੇ ਉੱਤੋਂ ਦੀ ਲੰਘ ਕੇ ਉਹ ਗੱਦੀ ਦੇ ਉੱਤੇ ਬੈਠਿਆ ਕਰਦਾ ਸੀ। ਸਤਿਗੁਰਾਂ ਦਾ ਪ੍ਰਕਾਸ਼ ਉਹਦੇ ਪੈਰਾਂ 'ਚ ਹੁੰਦਾ ਸੀ, ਆਪ ਗੱਦੀ ਦੇ ਉੱਤੇ ਬੈਠਿਆ ਹੁੰਦਾ ਸੀ। ਕੋਈ ਮਾਈ ਦਾ ਲਾਲ ਸਾਡੇ 'ਚੋਂ ਨਾ ਉੱਠਿਆ ਜਿਹੜਾ ਹੁੰਦੇ ਹੋਏ ਧੱਕੇ ਨੂੰ ਰੋਕ ਸਕਦਾ। ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਘੱਲੂਘਾਰਾ ਹੋਇਆ ਕਿਉਂ। ਫਿਰ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਮਰਦ ਉੱਠਿਆ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਸੀ ਔਰ ਜਿਹਦੇ ਵਿੱਚ ਖੋਟ ਕੋਈ ਨਹੀਂ ਸੀ। ਉਹ ਕਿੰਨੀ ਬਾਣੀ ਪੜ੍ਹਦਾ ਸੀ ਇਹ ਗਿਣਤੀ ਮਿਣਤੀ 'ਚ ਨਾ ਪਈਏ। ਉਹਨੇ ਐਲਾਨ ਕੀਤਾ ਗੁਰਬਚਨਾ ਨਰਕਧਾਰੀ ਜਿੱਥੇ ਆਪਣਾ ਸਮਾਗਮ ਕਰੇਗਾ ਮੈਂ ਉਹ ਸਮਾਗਮ ਰੋਕ ਕੇ ਵਿਖਾਲਾਂਗਾ। ਇਹ ਐਲਾਨ ਕਿਸੇ ਨੇ ਕੀਤਾ ਤੇ ਉਹ ਸੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਅੱਜ ਸਾਡੇ ਚੋਂ ਕੋਈ ਨਹੀਂ ਬਣ ਸਕਦਾ। ਅਸੀਂ ਕਿਸੇ ਨੂੰ ਲੀਡਰ ਬਣਾਉਣਾ ਹੋਵੇ, ਕੌਮ ਦਾ ਲੀਡਰ ਕੌਣ ਚਾਹੀਦਾ? ਸਿਆਸੀ ਨਹੀਂ, ਧਾਰਮਿਕ ਲੀਡਰ ਮੈਂ ਗੱਲ ਕਰ ਰਿਹਾ। ਸਿਆਸੀ ਜਿਹਨੂੰ ਮਰਜ਼ੀ ਬਣਾਓ, ਧਾਰਮਿਕ ਲੀਡਰ ਕੈਸਾ ਹੋਣਾ ਚਾਹੀਦਾ? ਮੇਰੀ ਸੋਚ ਹੈ ਇਹ ਸਟੇਜ ਉੱਤੇ ਖਲੋਤਾ ਹੋਵੇ, 10 ਲੱਖ ਦਾ ਇਕੱਠ ਹੋਵੇ ਤੇ 10 ਲੱਖ ਦੇ ਚੋਂ ਇੱਕ ਬੰਦਾ ਵੀ ਜਿਹਦਾ ਵਿਰੋਧ ਨਾ ਕਰੇ ਉਹ ਸਾਡਾ ਧਾਰਮਿਕ ਲੀਡਰ ਬਣ ਸਕਦਾ ਹੈ। 10 ਲੱਖ ਦੇ ਇਕੱਠ ਵਿੱਚੋਂ ਜੇ 2 ਬੰਦੇ ਨੇ ਉੱਠ ਕੇ ਉਹਦੀਆਂ ਕਰਤੂਤਾਂ ਦਾ ਉਹਦੀਆਂ ਕਮਜ਼ੋਰੀਆਂ ਦਾ ਪਤਾ ਹੋਵੇ, 10 ਲੱਖ ਦੇ ਚੋਂ 2 ਬੰਦੇ ਵਿਰੋਧ ਕਰ ਦੇਣ, ਐਸਾ ਬੰਦਾ ਕਦੀ ਵੀ ਕੌਮ ਦੀ ਅਗਵਾਈ ਨਹੀਂ ਜੇ ਕਰ ਸਕਦਾ। ਐਸਾ ਲੀਡਰ ਧਾਰਮਿਕ ਸਾਨੂੰ ਚਾਹੀਦਾ। ਉਹਨੇ ਐਲਾਨ ਕੀਤਾ ਮੈਂ ਰੋਕਾਂਗਾ। ਫਿਰ ਤੁਹਾਡੇ ਮਸਲੇ, ਕਿਸਾਨਾਂ ਦੇ ਮਸਲੇ, ਪਾਣੀ ਦੇ ਮਸਲੇ, ਜਿਨਸ ਦੇ ਮਸਲੇ ਉਹ ਸਾਹਮਣੇ ਆਏ। ਸਾਨੂੰ ਆ ਕੁਝ ਦਿਓ ਜੋ ਸਾਡੇ ਨਾਲ ਸ਼ਰਤਾਂ ਕੀਤੀਆਂ ਸਨ, ਜਿਹਨੂੰ ਆਨੰਦਪੁਰ ਸਾਹਿਬ ਦਾ ਮਤਾ ਆਖਿਆ ਜਾਂਦਾ। ਸਾਰੀ ਦੀ ਸਾਰੀ ਕੌਮ ਦੀ ਅਗਵਾਈ ਆਪਣੇ ਹੱਥ ਵਿੱਚ ਲੈ ਲਈ। ਕਿਸੇ ਦੇ ਹੱਥ ਵਿੱਚ ਜਦੋਂ ਕੁਝ ਨਾ ਰਿਹਾ ਤੇ ਤਿਲਮਲਾ ਉੱਠੇ ਗੱਦੀਆਂ ਤੇ ਬੈਠਣ ਵਾਲੇ। ਉਹਨਾਂ ਨੇ ਸੈਂਟਰ ਗਵਰਨਮੈਂਟ ਨੂੰ ਇਹ ਗੱਲ ਲਿਖੀ ਕਿ ਸਾਡੀ ਇਹਦੇ ਕੋਲੋਂ ਖਲਾਸੀ ਕਰਾਓ, ਭਾਵੇਂ ਕਿਸੇ ਤਰੀਕੇ ਨਾਲ ਕਰਾਓ। ਗੁਰਬਚਨਾ ਨਰਕਧਾਰੀ ਮਾਰ ਦਿੱਤਾ ਗਿਆ, ਲਾਲਾ ਜਗਤ ਨਾਰਾਇਣ ਮਾਰ ਦਿੱਤਾ ਗਿਆ। ਜਦੋਂ ਇਹ ਸਾਰਾ ਕੁਝ ਹੋ ਗਿਆ, ਸੈਂਟਰ ਸਰਕਾਰ ਨੇ ਆਖਿਆ ਸਾਡੇ ਨਾਲ ਗੱਲਬਾਤ ਕਰੋ। ਮਰਦ ਨੇ ਆਖਿਆ ਸਾਡੇ 105 ਸਿੰਘ ਸ਼ਹੀਦ ਹੋਏ ਨੇ, ਜਿੱਦਣ 106 ਮਾਰ ਲਵਾਂਗੇ ਉਦੋਂ ਤੁਹਾਡੇ ਨਾਲ ਗੱਲ ਕਰ ਲਵਾਂਗੇ, ਉਹਨਾਂ ਚਿਰ ਨਹੀਂ। ਜਦੋਂ ਮਰਦ ਦੀ ਚੜ੍ਹਤ ਹੋਈ, ਆਪਣਿਆਂ ਨੇ ਉਹਦੀਆਂ ਲੱਤਾਂ ਵੱਢਣ ਦੀ ਕੋਸ਼ਿਸ਼ ਕੀਤੀ। ਸੈਂਟਰ ਸਰਕਾਰ ਨੂੰ ਪੱਤਰਕਾਵਾਂ ਲਿਖੀਆਂ। ਫਿਰ ਸੈਂਟਰ ਸਰਕਾਰ ਨੇ ਦਿੱਲੀ ਦੇ ਵਿੱਚ
इंडियन आर्मी के आला अफसरां दे नाल एक मीटिंग की। इस मीटिंग दे विच चीफ ऑफ द आर्मी स्टाफ जनरल वैद्या, जनरल रणजीत दयाल, जनरल के सुंदर जी और जनरल कुलदीप बड़ाड़ ये शामिल हुए। तुहाडे च कुछ वीर ऐसे होणगे जिन्हां ने आर्मी च सर्विस की है। मैं तो पढ़िया है उहदे मुताबिक एक लैफ्टिनेंट जनरल के थले 3 लाख फौज होंदी है, एक मेजर जनरल के थले 2 लाख फौज होंदी है। 2 लैफ्टिनेंट जनरल हैं। यदा मतलब है कि जिस आर्मी ने पंजाब की धरती उत्ते हमला करना है, वड्डा घल्लूघारा करना, पंजाब की धरती की गिनती है 6 लाख। 6 लाख आर्मी पंजाब की धरती उत्ते हमला करेगी। आखिर 22 मई सन 1984 वाले दिन सेंट्रल सरकार ने इन्हां आला अफसरां की मीटिंग करके देश की प्राइम मिनिस्टर मिसिज गांधी ने जो कुछ फौजी हाकमां नूं आखे है, जून 1984 का मैं घल्लूघारा तुहाडे नाल साझा लगा करन। की कह रही है, सरन करो सासा। फौजी हाकमां नूं एक दिन सद के बीबी इंदिरा ने कहा ललकार, सिख रहते पंजाब विच जीव दे रहन देनी नहीं है ना सरकार। एह
वैद्या नूं इंदिरा आखदी करो खालसे दा चढ़ के शिकार। 22 मई सन 1984 ਨੂੰ ਦਿੱਲੀ ਦੇ ਵਿੱਚ ਫੌਜ ਦੇ ਆਲਾ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਗਈ ਕਿ ਜਿਸ ਤਰ੍ਹਾਂ ਵੀ ਹੁੰਦਾ ਹੈ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰਕੇ ਇਸ ਨੂੰ ਨਿਸਤਨਾਬੂਦ ਕਰਕੇ ਜਿਹੜਾ ਉੱਥੇ ਭਿੰਡਰਾਂ ਵਾਲਾ ਆਕੀ ਹੋ ਕੇ ਬੈਠਾ ਉਹਨੂੰ ਜਿਉਂਦਾ ਜਾਂ ਮੁਰਦਾ ਗ੍ਰਿਫਤਾਰ ਕਰ ਲਿਆ ਜਾਵੇ। ਜੋ ਹਦਾਇਤਾਂ ਹੋਈਆਂ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਮੈਂ ਕੈਨੇਡਾ ਗਿਆ, ਇਧਰੋਂ ਪੁਸਤਕ ਨਹੀਂ ਮਿਲਦੀ, ਮੇਰੇ ਹੱਥ ਇੱਕ ਪੁਸਤਕ ਲੱਗੀ ਜਿਹਦਾ ਨਾਂ ਸੀ ਦ ਟਰੂ ਸਟੋਰੀ ਆਫ 1984 ਬਲੂ ਸਟਾਰ। ਇਹ ਲਿਖੀ ਕਿੰਨੇ ਆ? ਮੈਂ ਸਮਝਦਾ ਅੱਜ ਤੱਕ ਅਸੀਂ ਜੋ ਵੀ ਸੁਣਦੇ ਆਏ ਆ ਸਾਡੇ ਸਾਹਮਣੇ ਅਸਲੀਅਤ ਨਹੀਂ ਆਈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀ ਕੁਝ ਹੋਇਆ। ਇਹ ਕਿਤਾਬ ਲਿਖੀ ਹੈ ਜਰਨਲ ਕੁਲਦੀਪ ਬਰਾੜ ਨੇ, ਜਿਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਸੀ। ਖੁਦ ਉਹਦੇ ਹੱਥਾਂ ਦੀ ਲਿਖੀ ਹੋਈ ਕਿਤਾਬ ਪਹਿਲਾਂ ਇੰਗਲਿਸ਼ ਵਿੱਚ ਛਪੀ ਸੀ, ਹੁਣ ਉਹਦਾ ਪੰਜਾਬੀ ਅਨੁਵਾਦ ਆ ਚੁੱਕਾ ਹੈ। ਕੁਝ ਹਦਾਇਤਾਂ ਕੀਤੀਆਂ ਗਈਆਂ, ਉਹ ਹਦਾਇਤਾਂ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਉਹ ਹਦਾਇਤ ਇਹ ਸੀ 1,33,000 ਬੰਦਾ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰੇਗਾ। 1,33,000। 2 ਲੱਖ ਆਰਮੀ ਦਾ ਬੰਦਾ ਸਪੇਅਰ ਰੱਖਿਆ ਜਾਵੇਗਾ। ਇਹ 25 ਕਿਲੋਮੀਟਰ ਦੇ ਘੇਰੇ ਵਿੱਚ ਰਹੇਗਾ। 6 ਲੱਖ ਇੰਡੀਅਨ ਆਰਮੀ ਪੰਜਾਬ ਦੇ ਉੱਤੇ ਹਮਲਾ ਕਰੇਗੀ। 40 ਗੁਰਧਾਮਾਂ ਦੇ ਉੱਤੇ ਹਮਲਾ ਕੀਤਾ ਜਾਵੇਗਾ। 40 ਦੀ ਨਿਸ਼ਾਨਦੇਹੀ ਕੀਤੀ ਗਈ ਕਿ 40 ਗੁਰਦੁਆਰਾ ਸਾਹਿਬ ਢਾਏ ਜਾਣਗੇ ਸਿੱਖਾਂ ਦੇ। ਜੋ ਉਹਨਾਂ ਨੂੰ ਹਦਾਇਤਾਂ ਸਨ ਉਹਦੇ ਮੁਤਾਬਕ ਕੋਈ ਵੀ ਇੰਡੀਅਨ ਆਰਮੀ ਦਾ ਆਫੀਸਰ ਸਿਪਾਹੀ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਵੀ ਔਰਤ ਦਾ ਰੇਪ ਕਰ ਸਕਦਾ ਹੈ। ਉਹਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ। ਇਹ ਗੱਲ ਮੈਂ ਪੱਲਿਓ ਨਹੀਂ ਕਹਿ ਰਿਹਾ, ਬਾਪਰੂਫ ਕਹਿ ਰਿਹਾ। ਇਹ ਐਕਸ਼ਨ ਕਰਦਿਆਂ ਇੰਡੀਅਨ ਆਰਮੀ ਦਾ ਕੋਈ ਵੀ ਬੰਦਾ ਕਿੱਡਾ ਵੀ ਵੱਡਾ ਗੁਨਾਹ ਗਲਤੀ ਕਰ ਦੇਵੇ ਉਹਦਾ ਕੋਰਟ ਮਾਰਸ਼ਲ ਨਹੀਂ ਕੀਤਾ ਜਾਵੇਗਾ। ਹਮਲਾ ਕਰਨ ਵਾਲੀ ਆਰਮੀ ਦਰਬਾਰ ਸਾਹਿਬ ਵਿੱਚ ਦਾਖਲ ਹੋ ਕੇ ਦਰਬਾਰ ਸਾਹਿਬ ਦੇ ਕਿਸੇ ਵੀ ਪਾਸੇ ਗੋਲੀ, ਗੋਲਾ ਜਾਂ ਬਰੂਦ ਸੁੱਟ ਸਕਦੀ ਹੈ। ਇੰਡੀਅਨ ਆਰਮੀ ਬੂਟਾਂ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਦਾਖਲ ਹੋਵੇਗੀ। 2.5 ਘੰਟੇ 'ਚ ਭਿੰਡਰਾਂ ਵਾਲੇ ਨੂੰ ਗ੍ਰਿਫਤਾਰ ਕਰਕੇ ਦਿੱਲੀ ਇੰਦਰਾ ਗਾਂਧੀ ਦੇ ਕੋਲ ਲਿਜਾਇਆ ਜਾਵੇਗਾ। ਕਿਸੇ ਸਿੱਖ ਨੂੰ ਜਿਉਂਦਾ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ, ਗੋਲੀ ਮਾਰੀ ਜਾਵੇਗੀ। ਜੇ ਕੋਈ ਗ੍ਰਿਫਤਾਰ ਹੋਣ ਦੀ ਕੋਸ਼ਿਸ਼ ਕਰੇ ਉਹਨੂੰ ਫੱਟਰ ਕਰ ਦਿੱਤਾ ਜਾਵੇਗਾ। ਜੇ ਫੇਰ ਵੀ ਕੋਈ ਗ੍ਰਿਫਤਾਰ ਹੋ ਜਾਵੇ ਉਹਨੂੰ ਪਾਣੀ ਨਹੀਂ ਦਿੱਤਾ ਜਾਵੇਗਾ, ਧਿਆਇਆ ਰੱਖ ਕੇ ਬੰਨ ਕੇ ਮਾਰ ਦਿੱਤਾ ਜਾਵੇਗਾ। ਪਿਆਸਾ ਰੱਖਿਆ ਜਾਵੇਗਾ, ਪਾਣੀ ਨਹੀਂ ਦਿੱਤਾ ਜਾਵੇਗਾ। ਇਹ ਹਦਾਇਤਾਂ ਹਨ ਜਿਹੜੀਆਂ ਉਸਨੇ ਆਪਣੀ ਕਿਤਾਬ ਵਿੱਚ ਲਿਖੀਆਂ ਹੋਈਆਂ ਹਨ। ਉਸ ਤੋਂ ਪਹਿਲਾਂ ਇੱਕ ਸ਼ਰਤ ਰੱਖੀ ਗਈ ਕਿ 2 ਕਰੋੜ ਰੁਪਈਆ ਇੰਡੀਅਨ ਕਰੰਸੀ ਦੇ ਵਿੱਚ ਭਿੰਡਰਾਂ ਵਾਲੇ ਨੂੰ ਪੇਸ਼ਕਸ਼ ਕੀਤੀ ਜਾਵੇ ਕਿ 2 ਕਰੋੜ ਰੁਪਈਆ ਲੈ ਲਾ, ਇਹ ਮਸਲੇ ਛੱਡ ਕੇ ਲਾਂਭੇ ਹੋ ਜਾ, ਜਿੱਥੇ ਮਰਜ਼ੀ ਚਲਿਆ ਜਾ। ਦੁਨੀਆ ਦੇ ਕਿਸੇ ਵੀ ਕੋਨੇ 'ਚ ਤੁਹਾਨੂੰ ਪੱਕੀ ਸਿਟੀਜ਼ਨਸ਼ਿਪ ਦਿੱਤੀ ਜਾ ਸਕਦੀ ਹੈ। 23 ਮਈ ਵਾਲੇ ਦਿਨ ਭਿੰਡਰਾਂ ਵਾਲੇ ਨੂੰ 2 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ, ਜਿਹੜੀ ਉਹਨਾਂ ਨੇ ਠੁਕਰਾ ਦਿੱਤੀ। ਨਹੀਂ ਲਿਆ 2 ਕਰੋੜ ਰੁਪਈਆ। ਹਰਿਮੰਦਰ ਸਾਹਿਬ ਤੇ ਹਮਲਾ ਕਰਨ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿੱਚ 15 ਦਿਨ ਦੀ ਇੱਕ ਬਿਲਡਿੰਗ ਦੇ ਉੱਤੇ ਟ੍ਰੇਨਿੰਗ ਕੀਤੀ ਗਈ ਕਿ ਹਰਿਮੰਦਰ ਸਾਹਿਬ ਤੇ ਹਮਲਾ ਕਿਵੇਂ ਕਰਨਾ ਹੈ। ਉਸ ਤੋਂ ਬਾਅਦ ਹੈਦਰਾਬਾਦ ਵਿਖੇ 17 ਦਿਨ ਦੀ ਟ੍ਰੇਨਿੰਗ ਦਿੱਤੀ ਗਈ ਕਿ ਹਰਿਮੰਦਰ ਸਾਹਿਬ ਤੇ ਹਮਲਾ ਕਿਵੇਂ ਕੀਤਾ ਜਾਵੇਗਾ। ਉਸ ਉਪਰੰਤ ਇਹ ਹਦਾਇਤ ਪਹਿਲੀ ਕੀਤੀ ਗਈ ਕਿ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਅੱਗੇ ਲਾ ਕੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਜਾਵੇ, ਪਰ ਪੰਜਾਬ ਪੁਲਿਸ ਨੇ ਆਪਣੇ ਹੱਥ ਖੜੇ ਕਰ ਦਿੱਤੇ ਕਿ ਸਾਨੂੰ ਇਹ ਮਨਜ਼ੂਰ ਨਹੀਂ, ਅਸੀਂ ਨਹੀਂ ਜਾ ਸਕਦੇ। ਫਿਰ CRP ਇਨਕਾਰ ਕਰ ਗਈ, BSF ਇਨਕਾਰ ਕਰ ਗਈ ਔਰ ਕਹਿੰਦਾ ਫਿਰ ਇਹ ਸਾਰੇ ਦਾ ਸਾਰਾ ਆਪਰੇਸ਼ਨ ਸਾਨੂੰ ਆਪਣੇ ਹੱਥ ਵਿੱਚ ਲੈਣਾ ਪਿਆ।
30 ਮਈ ਵਾਲੇ ਦਿਨ ਨੋਟ ਕਰੀ ਜਾਓ ਤੁਸੀਂ, ਜੂਨ 1984 30 ਮਈ ਪੱਕੇ ਤੌਰ ਤੇ ਐਲਾਨ ਕਰ ਦਿੱਤਾ ਗਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਢਾ ਦਿੱਤਾ ਜਾਵੇਗਾ। ਨਿਰਾ ਅਕਾਲ ਤਖਤ ਨਹੀਂ, ਹਰਿਮੰਦਰ ਸਾਹਿਬ ਵੀ ਢਾਇਆ ਜਾਵੇਗਾ। ਤੁਸਾਂ ਨੇ ਸਰਵਣ ਕੀਤਾ, ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਬਦਲਾ ਲਿਆ ਕਿਉਂਕਿ ਮੱਸਾ ਆਣ ਕੇ ਬੈਠਾ ਸੀ ਹਰਿਮੰਦਰ ਸਾਹਿਬ ਦੇ ਵਿੱਚ। ਸਰਕਾਰਾਂ ਨੇ ਜਿਉਂ-ਜਿਉਂ ਹਮਲਾ ਕੀਤਾ, ਮੈਂ ਸਮਝਦਾ ਹਾਂ ਜਿਵੇਂ ਜਿਵੇਂ ਉਹਨਾਂ ਨੇ ਆਣ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ, ਕੌਮ ਦੇ ਚ ਉਹਦਾ ਪ੍ਰਤੀਕਰਮ ਪੈਦਾ ਹੋਇਆ। ਸਾਨੂੰ ਰੋਟੀ ਮਿਲੇ ਨਾ ਮਿਲੇ, ਅਸੀਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਇੱਜ਼ਤੀ ਕਦੇ ਨਹੀਂ ਬਰਦਾਸ਼ਤ ਕਰਦੇ, ਭਾਵੇਂ ਉਹ ਸਿੱਖ ਗਰੀਬ ਹੈ, ਭਾਵੇਂ ਅਮੀਰ ਹੈ, ਭਾਵੇਂ ਉਹ ਕਿਸੇ ਪਾਰਟੀ ਨਾਲ ਕਿਉਂ ਨਾ ਸੰਬੰਧ ਰੱਖਦਾ ਹੋਵੇ। ਸਾਡਾ ਸਭ ਤੋਂ ਪਹਿਲਾਂ ਜੇ ਕੋਈ ਦਰ ਹੈ, ਕੋਈ ਘਰ ਹੈ ਤਾਂ ਸ੍ਰੀ ਹਰਿਮੰਦਰ ਸਾਹਿਬ। ਇਸੇ ਕਰਕੇ ਅੱਜ ਵੀ ਗੁਰੂ ਦਾ ਸਿੱਖ ਦੁਨੀਆ ਦੇ ਕਿਸੇ ਕੋਨੇ ਵਿੱਚ ਹੋਵੇ, ਉਹ ਅਰਦਾਸ ਕਰਦਾ, ਵਾਹਿਗੁਰੂ ਕਿਰਪਾ ਕਰਨੀ ਬਖਸ਼ਣਾ ਜੀ ਆਪਣੇ ਸਿੱਖਾਂ ਨੂੰ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਅੱਜ ਵੀ ਅਰਦਾਸ ਕਰਦਾ ਔਰ ਹਰ ਸਿੱਖ ਕਰਦਾ, ਉਹ ਸਿੱਖ ਹੋਵੇ ਸਹੀ, ਉਹ ਅਰਦਾਸ ਕਰਦਾ। 30 ਮਈ ਜੂਨ 1984 ਨੂੰ 6 ਲੱਖ ਆਰਮੀ, ਔਰ ਕਹਿੰਦਾ ਸਾਨੂੰ ਹਦਾਇਤ ਸੀ, ਇਹ ਗੱਲ ਦਾ ਪਤਾ ਸੀ ਕਿ ਹਰਿਮੰਦਰ ਸਾਹਿਬ ਦੇ ਅੰਦਰ ਸਿੰਘਾਂ ਦੀ ਗਿਣਤੀ 300 ਤੋਂ ਲੈ ਕੇ 500 ਦੇ ਵਿੱਚ ਹੈ। ਸਾਧ ਸੰਗਤ ਨੂੰ ਸਿੰਘ ਗ੍ਰਿਫਤਾਰ ਕਰਨਾ 500 ਹੀ ਮੈਂ ਕਹਿ ਦਿੰਦਾ ਹਾਂ ਗ੍ਰਿਫਤਾਰ ਕਰਨਾ। 500 ਸਿੰਘਾਂ ਨੂੰ ਗ੍ਰਿਫਤਾਰ ਕਰਨਾ। 500 ਸਿੰਘਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਇੰਡੀਅਨ ਗਵਰਨਮੈਂਟ ਨੇ ਆਪਣੀ ਫੌਜ ਭੇਜੀ 6 ਲੱਖ। ਇੱਕ ਵਾਰ ਚਮਕੌਰ ਦੀ ਗੜੀ ਦਾ ਵਾਕਿਆਤ ਸਾਡੇ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ। ਉਹਦੇ 40 ਭੁੱਖੇ ਸ਼ੇਰ ਸਨ, 10 ਲੱਖ ਮਲਖਈਏ ਨੇ ਘੇਰਾ ਪਾਇਆ ਸੀ। ਹੁਣ 500 ਮਰਜੀਵੜੇ ਹਨ, 6 ਲੱਖ ਇੰਡੀਅਨ ਆਰਮੀ ਨੇ ਪੰਜਾਬ ਦੀ ਧਰਤੀ ਵੱਲ ਨੂੰ ਕੂਚ ਕਰਨਾ। 30 ਮਈ ਦਾ ਦਿਨ ਚੜ੍ਹੇ, ਬਿਗਲ ਵੱਜੇ, ਆਪਣੀਆਂ ਬਾਰਕਾਂ ਦੇ ਚੋਂ ਸੱਜ ਧੱਜ ਕੇ ਫੌਜੀ ਬਾਹਰ ਆਏ, ਗੋਲਾ ਬਰੂਦ ਸਮਾਨੇ ਜੰਗ ਇਕੱਠਾ ਕਰਕੇ ਉਹ ਪੰਜਾਬ ਦੀ ਧਰਤੀ ਵੱਲ ਕਿਵੇਂ ਆਏ। ਦਾਸ ਦੇ ਹੱਥਾਂ ਦੀ ਲਿਖੀ ਹੋਈ ਰਚਨਾ ਢਾਡੀ ਸਿੰਘ ਤੁਹਾਡੇ ਨਾਲ ਸਾਂਝਾ ਕਰ ਰਹੇ ਨੇ, ਸੁਣੋ ਸਾਧ ਸੰਗਤ। चढ़ी बेओड़ की पाजंगी बाणे चुन चुन दे सिंगा दे सब फूक टिकाणे। हरि मंदिर नू केरिया कर जोर तिगाणे।
ਅਸਾਂ ਜੂੰਦੇ ਬਨ ਕੇ ਸਿੰਘ ਨੇ ਫੜ ਲਾਂਬੂ ਲਾਣੇ ਬੁਲਾਉ ਸਿੱਖਾਂ ਦੀ ਕੌਮ ਅੱਗੇ ਤੋਂ ਮੋਰ ਤੇ ਲਾਣੇ ਬੋਲੇ ਜਾਓ ਸਿੱਖਾਂ ਦੀ ਕੌਮ ਅੱਗੇ ਤੋਂ ਮੋਰ ਚਲਾਣੇ ਸੁਣ ਕੇ ਹੁਣ ਪਹੁੰਚ ਗਈ ਗੱਲ ਸਿਖਰ ਟਿਕਾਣੇ ਓ ਸੁਣ ਕੇ ਹੁਣ ਪਹੁੰਚ ਗਈ ਗੱਲ ਸਿਖਰ ਟਿਕਾਣੇ 6 ਲੱਖ ਇੰਡੀਅਨ ਆਰਮੀ ਨੇ ਸਾਰੇ ਪੰਜਾਬ ਨੂੰ ਛਾਉਣੀ ਚ ਤਬਦੀਲ ਕਰ ਦਿੱਤਾ। ਇਹ ਸਾਰਾ ਵਾਕਿਆ ਤੁਸਾਂ ਨੇ ਆਪਣੇ ਪਿੰਡੇ ਦੇ ਉੱਤੇ ਹੰਡਾਇਆ ਔਰ ਇਸ ਨੂੰ ਆਪ ਆਪਣੀਆਂ ਅੱਖਾਂ ਦੇ ਨਾਲ ਵੇਖਿਆ। ਪਰ ਲੁਕੀ ਹੋਈ ਸੱਚਾਈ ਮੈਂ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਹਾਂ। ਜਰਨਲ ਕੁਲਦੀਪ ਬਰਾੜ ਦੇ ਮੁਤਾਬਕ ਉਹ ਕਹਿੰਦਾ ਆਣ ਕੇ 1 ਜੂਨ 1984 ਨੂੰ ਅਸੀਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰਲਾ ਕੰਟਰੋਲ ਜਿਹੜਾ ਆਪਣੇ ਕਬਜ਼ੇ ਵਿੱਚ ਲੈ ਲਿਆ। ਹੁਣ ਵਿਚਾਰ ਇਹ ਬਣਾਈ ਗਈ ਕਿ ਹਮਲਾ ਕਰਕੇ 2.5 ਘੰਟੇ ਦੇ ਵਿੱਚ ਹਰਮੰਦਰ ਸਾਹਿਬ ਨੂੰ ਫਤਿਹ ਕਰਕੇ ਭਿੰਡਰਾਂਵਾਲਾ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾ ਦਿੱਤਾ ਜਾਵੇਗਾ। ਇਹ ਹਮਲਾ ਕਰਨ ਦੇ ਵਾਸਤੇ 2200 ਜਰਨੈਲ ਸਭ ਤੋਂ ਪਹਿਲਾਂ ਆਪਣੀਆਂ ਕੋਹਣੀਆਂ ਦੇ ਪਾਰ ਰੀਂਗਦਾ ਹੋਇਆ ਹਰਮੰਦਰ ਸਾਹਿਬ 'ਚ ਦਾਖਲ ਹੋਵੇਗਾ। 2200 1700 ਜਵਾਨ ਉਹਨਾਂ ਨੂੰ ਕਵਰਿੰਗ ਫਾਇਰ ਦੇਵੇਗਾ। ਜਿਹੜੇ ਵੀਰ ਪੁਲਿਸ ਵਿੱਚ CRP BSF ਜਾਂ ਆਰਮੀ ਵਿੱਚ ਹਨ ਉਹ ਭਾਸ਼ਾ ਨੂੰ ਚੰਗੀ ਤਰੀਕੇ ਨਾਲ ਜਾਣਦੇ ਨੇ। ਅਸੀਂ ਤੇ ਪੜ੍ਹ ਹੀ ਸਕਦੇ ਹਾਂ, ਬਾਕੀ ਸਾਨੂੰ ਨਹੀਂ ਪਤਾ ਕਿ ਇਹ ਕਿੰਨਾ ਕੁ ਫਾਇਦਾ ਕਰਦਾ। ਕਵਰਿੰਗ ਫਾਇਰ ਉਹ ਕਿਸ ਤਰੀਕੇ ਨਾਲ ਦਿੱਤਾ ਜਾਂਦਾ ਹੈ। 1700 ਜਵਾਨ ਉਹਨਾਂ ਨੂੰ ਕਵਰਿੰਗ ਫਾਇਰ ਦੇਵੇਗਾ। 10,000 ਜਵਾਨ ਪਿੱਛੇ ਸਪੇਅਰ ਰੱਖਿਆ ਜਾਵੇਗਾ ਜਿਹੜਾ ਸਾਰਾ ਕੰਟਰੋਲ ਆਪਣੇ ਹੱਥ ਵਿੱਚ ਲਵੇਗਾ। ਇਹ 2200 ਦੇ ਵਿੱਚ 1880 ਬੰਦੇ ਉਹ ਹਨ ਜਿਨ੍ਹਾਂ ਨੇ ਪਾਕਿਸਤਾਨ ਦੀ ਆਰਮੀ ਦੇ 71 ਦੇ ਵਿੱਚ ਦੰਦ ਖੱਟੇ ਕੀਤੇ ਸਨ। ਇਹ ਉਹ ਹਨ ਇਹਨਾਂ ਦੇ ਵਿੱਚ ਚੁਣਿੰਦਾ ਉਹ ਜਰਨੈਲ, ਉਹ ਅਫੀਸਰ, ਉਹ ਸਿਪਾਹੀ ਜਿਨ੍ਹਾਂ ਦੇ ਹੱਡਾਂ 'ਚ ਮੌਤ ਦਾ ਭੈ ਹੀ ਕੋਈ ਨਹੀਂ। ਔਰ ਕਹਿੰਦਾ ਫਿਰ ਸਾਨੂੰ ਹਦਾਇਤ ਆਈ ਕਿ ਜੇਕਰ ਗੱਲਬਾਤ ਦੇ ਨਾਲ ਗੱਲ ਬਣਦੀ ਹੈ ਤੇ ਹਮਲਾ ਅਜੇ ਨਾ ਕੀਤਾ ਜਾਵੇ। ਸੋ ਸਭ ਤੋਂ ਪਹਿਲਾਂ 1 ਅਰਬ ਅਮਰੀਕਨ ਡਾਲਰ ਭਿੰਡਰਾਂਵਾਲੇ ਨੂੰ ਲਾਲਚ ਦੇ ਤੌਰ ਤੇ ਪੇਸ਼ਕਸ਼ ਕੀਤੀ ਗਈ ਕਿ 1 ਅਰਬ ਅਮਰੀਕਨ ਡਾਲਰ ਤੁਹਾਨੂੰ ਦਿੱਤਾ ਜਾਂਦਾ ਹੈ ਜਿਹੜਾ ਤੁਹਾਡੇ ਕੁਝ ਚੇਲਿਆਂ ਦੇ ਨਾਂ ਜਿਹੜੇ ਅਮਰੀਕਾ ਜਾਂ ਕੈਨੇਡਾ ਦੀ ਧਰਤੀ ਦੇ ਉੱਤੇ ਹਨ 10 ਬੰਦੇ ਦੇ ਨਾਂ ਟ੍ਰਾਂਸਫਰ ਕਰ ਦਿੱਤਾ ਜਾਵੇਗਾ। ਤੁਹਾਨੂੰ ਇੰਡੀਅਨ ਆਰਮੀ ਡਰਾਮੇ ਦੇ ਤੌਰ ਤੇ ਗ੍ਰਿਫਤਾਰ ਕਰੇਗੀ, ਪਾਕਿਸਤਾਨ ਪਹੁੰਚਾਵੇਗੀ, ਉਸ ਤੋਂ ਬਾਅਦ ਤੁਸੀਂ ਜਿੱਥੇ ਮਰਜ਼ੀ ਚਲੇ ਜਿਓ। ਜੇਕਰ ਇਹ ਮਨਜ਼ੂਰ ਨਹੀਂ ਤੇ ਸੈਂਸਰ ਲਾ ਕੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਜਾਵੇਗਾ। ਸਾਡੇ ਸਾਰੇ MLA ਦੀ ਹਦਾਇਤ ਹਮਾਇਤ ਤੁਹਾਨੂੰ ਹੋਵੇਗੀ। ਤੁਸੀਂ ਆਪਣੀ ਮਰਜ਼ੀ ਦੇ ਨਾਲ ਫੈਸਲੇ ਕਰੋਗੇ। ਕੁਝ ਮੰਗਾਂ ਤੁਹਾਡੀਆਂ ਮੰਨ ਲਈਆਂ ਜਾਣਗੀਆਂ, ਕੁਝ ਤੁਹਾਨੂੰ ਛੱਡਣੀਆਂ ਪੈਣਗੀਆਂ। ਇਸ ਕੰਮ ਦੇ ਵਾਸਤੇ 14 ਸਿੱਖ ਫੌਜੀ ਸ਼੍ਰੀ ਹਰਮੰਦਰ ਸਾਹਿਬ ਭਿੰਡਰਾਂਵਾਲੇ ਨੂੰ ਲਾਲਚ ਦੇਣ ਵਾਸਤੇ ਤੋਰੇ ਗਏ ਔਰ ਮਹਾਪੁਰਸ਼ਾਂ ਨੇ ਉਹਨਾਂ ਦੇ ਉੱਤੇ ਇੰਨਾ ਪ੍ਰਭਾਵ ਪਾਇਆ ਕਿ ਉਹ 14 ਦੇ 14 ਸਿੱਖ ਫੌਜੀ ਮੁੜ ਕੇ ਵਾਪਸ ਨਾ ਆਏ, ਉਹ ਸੰਤਾਂ ਦੇ ਕੋਲ ਹੀ ਰਹਿ ਗਏ।
ਜਿਹੜੇ ਮਨਾਉਣ ਵਾਸਤੇ ਗਏ ਸਨ ਉਹ ਆਰਮੀ ਨਾਲ ਟੱਕਰ ਲੈਣ ਵਾਸਤੇ ਤਿਆਰ ਹੋ ਗਏ। ਫਿਰ ਲਿਖਦਾ, ਕਹਿੰਦਾ ਮੈਨੂੰ ਵੈਦਿਆ ਦੀ ਹਦਾਇਤ ਆਈ ਕਿ ਰਾਤ ਨੂੰ ਹਮਲਾ ਕਰ ਦਿੱਤਾ ਜਾਵੇ, ਪਰ ਮੈਂ ਜਾਣਦਾ ਸਾਂ ਅਗਲੇ ਪਾਸੇ ਆਫੀਸਰ ਉਹ ਹੈ ਜਿਹਦੀ ਕਮਾਂਡ ਦੇ ਥੱਲੇ ਕਹਿੰਦਾ ਮੈਂ ਟ੍ਰੇਨਿੰਗ ਲਈ ਸੀ, ਉਹ ਸੀ ਜਨਰਲ ਸੁਬੇਗ ਸਿੰਘ। ਜਨਰਲ ਕੁਲਦੀਪ ਬਰਾੜ ਕਹਿੰਦਾ ਦੇਹਰਾਦੂਨ ਦੀ ਧਰਤੀ ਦੇ ਉੱਤੇ ਉਹ ਮੇਰਾ ਉਸਤਾਦ ਹੋਇਆ ਕਰਦਾ ਸੀ। ਇਹ ਉਹ ਜਨਰਲ ਹੈ ਜਿਹਨੇ 90,000 ਪਾਕਿਸਤਾਨ ਆਰਮੀ ਦੇ ਹਥਿਆਰ ਸੁਟਵਾਏ ਸਨ। ਜਨਰਲ ਅਰੋੜਾ ਉਦੋਂ ਸੀਨੀਅਰ ਸੀ, ਇਹ ਜੂਨੀਅਰ ਸੀ। 90,000 ਇਹ ਪਾਕਿਸਤਾਨ ਆਰਮੀ ਦੇ ਸ਼ਸਤਰ ਸਟਵਾਉਣ ਵਾਲਾ ਜਨਰਲ ਸੁਬੇਗ ਸਿੰਘ ਅੰਦਰ ਹੈ। ਪਹਿਲਾਂ ਦੇ ਕੇਸ ਕੱਟੇ ਹੋਏ ਸਨ, ਫਿਰ ਸੰਤਾਂ ਦੇ ਸੰਪਰਕ ਵਿੱਚ ਆਇਆ ਔਰ ਤਿਆਰ ਬਰ ਤਿਆਰ ਚੜ੍ਹਦੀ ਕਲਾ ਵਾਲਾ ਸਿੰਘ ਸੱਜ ਗਿਆ। ਮੈਂ ਸਮਝਦਾ ਸਾਂ ਬੜਾ ਦੂਰ ਅੰਦੇਸ਼ੀ ਔਰ ਤੇਜ਼ ਦਿਮਾਗ ਹੈ, ਔਰ ਕਹਿੰਦਾ ਮੇਰੇ ਪ੍ਰੋਗਰਾਮ ਬਣੇ ਹੋਏ ਦੇ ਮੁਤਾਬਕ ਸਾਰੀ ਰਾਤ ਔਰ ਸਾਰਾ ਦਿਨ ਹਦਾਇਤ ਕੀਤੀ ਗਈ ਕਿ ਬਾਹਰੋਂ ਗੋਲੀ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਚਲਾਈ ਜਾਵੇ ਤਾਂ ਕਿ ਸਿੰਘਾਂ ਦੇ ਹਥਿਆਰਾਂ ਦੀ ਪਰਖ ਕਰ ਲਈ ਜਾਵੇ ਕਿ ਇਹਨਾਂ ਦੇ ਕੋਲ ਕਿਹੜਾ ਕਿਹੜਾ ਸ਼ਸਤਰ ਹੈ। ਸਾਰਾ ਦਿਨ ਆਟੋਮੈਟਿਕ ਹਥਿਆਰਾਂ ਦੇ ਨਾਲ ਅਸੀਂ ਹਰਿਮੰਦਰ ਸਾਹਿਬ ਤੇ ਫਾਇਰਿੰਗ ਕਰਦੇ ਰਹੇ, ਔਰ ਸਿੰਘ ਜਿਹੜੇ ਸਨ ਅੰਦਰ ਦੁਨਾਲੀਆਂ, ਬੰਦੂਕਾਂ ਔਰ ਦੇਸੀ ਪਿਸਤੌਲਾਂ ਦੇ ਨਾਲ ਸਾਡੀ ਫਾਇਰਿੰਗ ਦਾ ਜਵਾਬ ਦਿੰਦੇ ਰਹੇ। ਔਰ ਕਹਿੰਦਾ ਸੀ ਮਨ ਹੀ ਮਨ ਖੁਸ਼ ਸਾਂ ਕਿ ਜਿਹੜੀ ਗੱਲ ਦੇ ਉੱਤੇ ਇਹ ਅੜੇ ਹੋਏ ਨੇ, ਜਦੋਂ ਅਸੀਂ ਆਪਣੇ ਆਟੋਮੈਟਿਕ ਹਥਿਆਰਾਂ ਦੇ ਨਾਲ ਹਰਿਮੰਦਰ ਸਾਹਿਬ ਤੇ ਹਮਲਾ ਬੋਲਿਆ, ਅਸੀਂ 2.5 ਘੰਟੇ ਕਹਿੰਦੇ ਹਾਂ, ਇਹਨਾਂ ਨੇ 1.5 ਘੰਟੇ ਦੇ ਵਿੱਚ ਸਾਡੇ ਸਾਹਮਣੇ ਸਿਲੰਡਰ ਕਰ ਦੇਣਾ, ਹਥਿਆਰ ਸੁੱਟ ਦੇਣੇ। ਆਖਰ ਦਿਨ ਨਿਯਤ ਕਰ ਲਿਆ, ਰਾਤ ਦੇ 12 ਵਜੇ ਤਾਰੀਖ ਬਦਲ ਜਾਂਦੀ ਹੈ। 3 ਜੂਨ 1984 ਵਾਲੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ ਜਾਵੇਗਾ। 2 ਜੂਨ ਨੂੰ ਰਾਤ 11 ਵਜੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਸਪਲਾਈ ਬੰਦ ਕਰ ਦਿੱਤੀ ਗਈ, ਬਿਜਲੀ ਕੱਟ ਦਿੱਤੀ ਗਈ। ਇਹ 2 ਜੂਨ ਦਾ ਦਿਨ ਵੀ ਸਾਰਾ ਦਿਨ ਫਾਇਰਿੰਗ ਕਰਕੇ ਅਸੀਂ ਚੈੱਕ ਕਰਦੇ ਰਹੇ, ਪਰ 3 ਜੂਨ ਦੀ ਰਾਤ 12 ਵਜੇ ਦੇ ਕਰੀਬ ਉਹ ਸਿੰਘਾਂ ਦੇ 12 ਵਾਲੀ ਘਟਨਾ, ਅਸੀਂ ਇਹ ਮਨ ਵਿੱਚ ਵਿਚਾਰ ਕੀਤੀ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਜਾਵੇ। ਇਹਦੇ ਵਾਸਤੇ ਪਹਿਲਾਂ ਬਣੀ ਪਲੈਨਿੰਗ ਦੇ ਅਨੁਸਾਰ 2200 ਬੰਦਾ ਰੀਂਗਦਾ ਹੋਇਆ ਕੋਹਣੀਆਂ ਦੇ ਪਾਰ ਪਰਿਕਰਮਾ ਵਿੱਚ ਦਾਖਲ ਹੋਵੇਗਾ। 1700 ਬੰਦਾ ਕਵਰਿੰਗ ਫਾਇਰ ਦੇਵੇਗਾ, 10,000 ਬੰਦਾ ਸਪੇਅਰ ਰੱਖਿਆ ਜਾਵੇਗਾ। ਔਰ ਹਦਾਇਤ ਕੀਤੀ ਗਈ ਭਾਵੇਂ ਕੋਈ ਮੁਸਾਫਰ ਤੇ ਭਾਵੇਂ ਦੂਜਾ ਤੇ ਭਾਵੇਂ ਤੀਜਾ, ਭਾਵੇਂ ਨਿਹੱਥਾ ਤੇ ਭਾਵੇਂ ਸ਼ਸਤਰ ਵਾਲਾ, ਜਿਹੜਾ ਵੀ ਸਾਹਮਣੇ ਆਉਂਦਾ ਗੋਲੀ ਮਾਰ ਕੇ ਮਾਰ ਦਿੱਤਾ ਜਾਵੇ, ਕੋਈ ਜਿਉਂਦਾ ਨਾ ਛੱਡਿਆ ਜਾਵੇ। ਇਹ ਹਦਾਇਤਾਂ ਸਨ। ਔਰ ਕਹਿੰਦਾ ਇਹ ਗੱਲ ਅਸੀਂ 8 ਜੂਨ ਨੂੰ ਵੇਖੀ ਹੈ ਵੀ ਸਾਡੇ ਨਾਲ ਭਾਣਾ ਕੀ ਵਾਪਰਿਆ। 3 ਜੂਨ ਦੀ ਰਾਤ ਨੂੰ ਰੀਂਗਦੀ ਹੋਈ ਇੰਡੀਅਨ ਆਰਮੀ 2200 ਜਰਨੈਲ ਜਦੋਂ ਪਰਿਕਰਮਾ ਵਿੱਚ ਦਾਖਲ ਹੋਇਆ ਤੇ ਮੌਤ ਵਰਗੀ ਚੁੱਪ ਸੀ। ਉਸ ਵੇਲੇ ਕਿਸੇ ਪਾਸਿਓਂ ਗੋਲੀ ਦਾ ਕੋਈ ਖੜਾਕ ਨਹੀਂ ਸੀ ਆ ਰਿਹਾ। ਬਾਅਦ ਵਿੱਚ 1700 ਬੰਦਾ ਉਹਨਾਂ ਨੂੰ ਕਵਰ ਫਾਇਰਿੰਗ ਦੇਣ ਵਾਸਤੇ ਤਿਆਰ ਸੀ, ਪਰ ਕਹਿੰਦਾ ਸਾਡੀਆਂ ਮੂੰਹ ਵਿੱਚ ਉਂਗਲਾਂ ਪੈ ਗਈਆਂ ਜਦੋਂ 2200 ਬੰਦਾ 3 ਮਿੰਟ ਦੇ ਵਿੱਚ ਸਿੰਘਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਜਿਹੜੀਆਂ ਗੋਲੀਆਂ ਆ ਰਹੀਆਂ ਸਨ, ਇਹਨਾਂ ਦੇ ਹੈਲਮਟ ਚੀਰ ਕੇ ਇਹਨਾਂ ਦੇ ਸਰੀਰ ਵਿੱਚੋਂ ਪਾਰ ਲੰਘ ਕੇ ਦੂਸਰੇ ਨੂੰ ਵੱਜ ਰਹੀਆਂ ਸਨ। ਇਹ 2200 ਜਰਨੈਲ ਜ਼ਮੀਨ ਤੋਂ 4 ਇੰਚ ਉੱਚਾ ਉੱਠਦਾ ਸੀ, ਠੰਡਾ ਹੋ ਜਾਂਦਾ ਸੀ, ਫਿਰ ਡਿੱਗ ਪੈਂਦਾ ਸੀ। 2200 ਜਰਨੈਲ ਇਹ ਜਿਹੜੇ ਸਿਪਾਹੀ ਸਨ, 1700 ਬੰਦੇ ਕਵਰਿੰਗ ਫਾਇਰ ਦੇਣ ਵਾਲੇ ਸਿੰਘਾਂ ਨੇ 5 ਮਿੰਟ ਵਿੱਚ ਸਾਰੇ ਦੇ ਸਾਰੇ ਮਾਰ ਦਿੱਤੇ। ਇਹਨਾਂ 'ਚ ਜਿਉਂਦੇ ਕਿੰਨੇ ਸਨ ਬਚੇ? 168 ਬੰਦੇ ਜਿਉਂਦੇ ਬਚੇ, ਬਾਕੀ ਸਾਰੇ ਦੇ ਸਾਰੇ ਮਾਰ ਦਿੱਤੇ ਗਏ। ਫਾਇਰਿੰਗ ਬੰਦ ਕਰ ਦਿੱਤੀ ਗਈ। ਸਿੰਘਾਂ ਵਾਲੇ ਪਾਸਿਓਂ ਵੀ ਫਾਇਰਿੰਗ ਬੰਦ ਹੋ ਗਈ। ਅਸੀਂ ਅਲਾਰਮ ਵਜਾ ਦਿੱਤਾ, ਬਾਕੀ ਸਿਪਾਹੀਆਂ ਨੂੰ ਬਾਹਰ ਆਉਣ ਦੀ ਹਦਾਇਤ ਕੀਤੀ। ਜਿਹੜੇ ਅਸੀਂ ਸੋਚਦੇ ਸਾਂ ਕਿ ਅਸੀਂ 2.5 ਘੰਟੇ 'ਚ ਹਰਿਮੰਦਰ ਸਾਹਿਬ ਫਤਿਹ ਕਰ ਲੈਣਾ, ਅਸੀਂ ਸਿੰਘਾਂ ਦਾ ਬਿਨਾਂ ਨੁਕਸਾਨ ਕੀਤੇ ਆਪਣਾ ਤਕਰੀਬਨ 3,500 ਤੋਂ ਵੱਧ ਬੰਦਾ ਮਰਵਾ ਚੁੱਕੇ ਹਾਂ।
और 3500 बंदा मरवाउण लग्या, सानू 5 मिनट का समा ना लगा। अगले दिन स्पीकर के उत्ते अनाउंसमेंट की गई कि जिहड़ियां लाशां पईयां होईयां हन सानू चुक्कण वास्ते दित्तियां जाण, जेकर इन्हां नूं ना चुक्किया गया बदबू पै जावेगी, गर्मी है। ये साडी बेनती संतां ने प्रवान कर लई, फायरिंग बंद कर दी गई। 150 भंगी मंगवाया गया, जिन्हां ने 3 घंटिਆਂ 'ਚ इन्हां बंदियां दीयां लाशां चुक के बाहर कढ़ियां। और जदों वेखिया गया इन्हां लाशां दे चों मशीन गन दीयां गोलियां निकलियां। 3 दिन की फायरिंग दे नाल सानू ये नहीं सी पता लगा कि ਸਿੰਘਾਂ दे कोल मशीन गन्नां भी हन, वो मारे जा चुके। फिर तैयारी की गई, हुण की कीता जावे। हुण ये गल की गई कि हुण कमांडो हमला सचखंड श्री हरमंदर साहिब दे उत्ते कीता जावे। 1000 के करीब 923 कमांडो सचखंड श्री हरमंदर साहिब दे उत्ते हमला करने वास्ते मंगाए गए। 11 हैलीकॉप्टरां दे राही इन्हां नूं आस पास दीयां बिल्डिंगां दे उत्ते उतारिया गया। इन्हां नूं 60 ग्रनेड दिते गए। इन्हां दे मन च चाह सी असीं हुण भी ਸਿੰਘਾਂ नूं फड़िया ते हुण भी फड़े। ये पैरां तो लैके सिर तक सारे बुलट प्रूफ कवरां दे नाल ढके हुए सन। 60 ग्रनेड एक एक दे कोल सी। 11 हैलीकॉप्टर इन्हां नूं उतार के श्री अकाल तख्त साहिब उत्ते फायरिंग करते सन। जिहड़ी फायरिंग की तादाद जनरल कुलदीप बराड़ के मुताबिक 1 मिनट विच 1 लाख गोली श्री अकाल तख्त साहिब उत्ते फायर की जा रही सी। 1 मिनट विच 1 लाख। इधरों फायरिंग हो रही है। हुणे मेरा ख्यालात है, मेरी अपनी उडारी है, मेरा अपना गैस है, क्योंकि जेडे मैं एक पासा दस रहा हूं मैं पढ़िया होया है, वह मेरे को प्रूफ है। पर दूसरा पासा जेड़ा है वो तो वही जानता जेड़ा उस वेले कोई अंदर होवेगा। उहदा असीं अंदाजा लगा सकते हैं कि उस वेले दे हालात अंदर की सन। 4 चफेरे कमांडो खिलरे हुए हैं। 1,33,000 इंडियन आर्मी ने श्री हरमंदर साहब नूं हमला पाया, घेरा पाया होया। मेरे अपने अंदाजे के मुताबिक उस वेले कौम के महान योधे परोपकारी कहनी ते कथनी दे पूरे सत्कारयोग बाबा जरनैल सिंह खालसा पिंडरांवाले अपने योधियां की एक मीटिंग बुलाई। उन्हें मर्द इकट्ठे किए, उन्हें शेर वंगारे। शेरां नूं वंगार के जो कुछ बाबा जरनैल सिंह खालसा पिंडरांवाले अपने महाबली योधियां नूं आखिया इउं मैंने किया जा रहा। सुनो सासंग, केहा संत जरनैल सिंह खालसे ने, केहा संत जरनैल सिंह खालसे ने, केहा संत जरनैल सिंह खालसे ने, केहा संत जरनैल सिंह खालसे ने। हो जो जंग दे लई तैयार सिंगो।
ਸੁਣ ਕੇ ਸੂਰਮੇ ਜਰਨਲ ਸੋਬੇਗ ਸਿੰਘ ਨੇ ਸੁਣ ਕੇ ਸੂਰਮਾ ਜਰਨਲ ਸ਼ੋਬੇਗ ਸਿੰਘ ਨੇ ਸ਼ੋਬੇਗ ਸਿੰਘ ਨੇ ਸ਼ੋਬੇਗ ਸਿੰਘ ਨੇ ਸੁਣ ਕੇ ਸੂਰਮੇ ਜਰਨਲ ਸ਼ੋਬੇਗ ਸਿੰਘ ਨੇ ਸੁਣ ਕੇ ਸੂਰਮੇ ਜਰਨਲ ਸੋਬੇਗ ਸਿੰਘ ਨੇ ਸੁਣ ਕੇ ਸੂਰਮੇ ਜਰਨਲ ਸ਼ੋਬੇਗ ਸਿੰਘ ਨੇ ਕਿਹਾ ਮੋਰਚੇ ਲੋਇਓ ਸਾਰ ਸਿੰਘੋ ਗੋਲੀ ਸਿੱਕਾ ਬਰੂਦ ਜੋ ਪਾਸ ਤੁਹਾਡੇ ਗੋਲੀ ਸਿੱਕਾ ਬਰੂਦ ਜੋ ਪਾਸ ਤੁਹਾਡੇ ਗੋਲੀ ਸਿੱਕਾ ਬਾਰੂਦ ਜੋ ਪਾਸ ਤੁਹਾਡੇ ਗੋਲੀ ਸਿੱਕਾ ਬਰੂਦ ਜੋ ਪਾਸ ਤੁਹਾਡੇ ਗੋਲੀ ਸਿੱਕਾ ਬਾਰੂਦ ਜੋ ਪਾਸ ਤੁਹਾਡੇ ਜੱਟ ਸਾਂਭ ਲੋ ਹੋ ਹੁਸ਼ਿਆਰ ਸਿੰਘੋ ਤਿੰਨ ਸੌ ਸਿੰਘ ਸੀ ਸੰਤਾਂ ਦੇ ਕੋਲ ਉਦੋਂ 300 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 ਸਿੰਘ ਸੀ ਸੰਤਾਂ ਦੇ ਕੋਲ ਉਦੋਂ ਮਰਨ ਮਾਰਨ ਦੇ ਲਈ ਤਿਆਰ ਹੋ ਗਏ ਸੋਲ ਕਹੇ ਅੱਜ ਫੇਰ ਚਮਕੌਰ ਵਾਲੀ ਸੋਲ ਕਹੇ ਅੱਜ ਫੇਰ ਚਮਕੌਰ ਵਾਲੀ ਸੋਹਲ ਕਹੇ ਫਿਰ ਅੱਜ ਚਮਕੌਰ ਵਾਲੀ ਸੋਲ ਕਹੇ ਅੱਜ ਫੇਰ ਚਮਕੌਰ ਵਾਲੀ ਸੋਹਲ ਕਹੇ ਅੱਜ ਫਿਰ ਚਮਕੌਰ ਵਾਲੀ ਵਾਰ ਫੇਰ ਦੁਹਰਾਉਣ ਲਈ ਤਿਆਰ ਹੋ ਗਏ ਵਾਰ ਫੇਰ ਦੁਹਰਾਉਣ ਲਈ ਤਿਆਰ ਹੋ ਗਏ ਬਾਬਾ ਜਰਨੈਲ ਸਿੰਘ ਖਾਲਸਾ ਨੇ ਆਪਣੇ ਕੋਲ ਜਿਹੜੇ ਵੀ ਸਿੰਘ ਸਨ ਉਹਨਾਂ ਦਾ ਇਕੱਠ ਬੁਲਾਇਆ। ਇੱਥੇ ਗਿਣਤੀ ਜਨਰਲ ਕੁਲਦੀਪ ਬਰਾੜ ਨੇ ਉਹਨਾਂ ਦੀ 300 ਲਿਖੀ ਹੈ, ਕਿਉਂਕਿ ਜਿਹੜੇ ਬਾਅਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘਾਂ ਦੇ ਸਰੂਪ ਪ੍ਰਾਪਤ ਹੋਏ, ਜਿਨ੍ਹਾਂ ਨੂੰ ਸਾਡੇ ਵਰਗੇ ਲੋਕ ਲਾਛਾਂ ਕਹਿ ਦਿੰਦੇ ਨੇ, ਉਹਨਾਂ ਦੀ ਗਿਣਤੀ 300 ਸੀ। ਕੁੱਲ ਮਿਲਾ ਕੇ ਜਿਹੜੇ ਸਿੰਘਾਂ ਦੇ ਸਰੂਪ ਸ਼੍ਰੀ ਹਰਿਮੰਦਰ ਸਾਹਿਬ ਚੋਂ ਬਰਾਮਦ ਹੋਏ ਸ਼ਸਤਰਧਾਰੀਆਂ ਦੇ, ਉਹਨਾਂ ਦੀ ਗਿਣਤੀ ਕੁੱਲ 1100 ਸੀ। 1100 ਬੰਦਾ ਸ਼ਹੀਦ ਸ਼੍ਰੀ ਹਰਿਮੰਦਰ ਸਾਹਿਬ 'ਚ ਕੀਤਾ ਗਿਆ ਹੈ। ਜਿਹੜੇ ਮੁਸਾਫਰ ਸਨ, ਹਦਾਇਤ ਸੀ ਕਿ ਹਮਲਾ ਤਾਂ ਇਸ ਕਰਕੇ ਗੁਰਪੁਰਬ ਤੇ ਕੀਤਾ ਜਾਵੇ ਤਾਂ ਕਿ ਕੌਮ ਨੂੰ ਨਸੀਹਤ ਮਿਲ ਸਕੇ ਕਿ ਅੱਗੇ ਵਾਸਤੇ ਕਦੀ ਕਿਸੇ ਗੌਰਮੈਂਟ ਨਾਲ ਟੱਕਰ ਨਹੀਂ ਲੈਣੀ। ਇਹ ਹਦਾਇਤਾਂ ਸਨ ਸਾਨੂੰ ਸਰਕਾਰੀ ਤੌਰ ਦਿੱਤੇ। 950 ਦੇ ਕਰੀਬ ਜਿਹੜਾ ਕਮਾਂਡੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਲਾਗੇ ਇਮਾਰਤਾਂ ਦੇ ਉੱਤੇ ਉਤਾਰਿਆ ਗਿਆ। ਜਿਹੜੇ ਮਤਵਾਲੇ ਸਨ, ਭੰਗੜਾ ਪਾਉਂਦੇ ਸਨ, ਪੱਬਾਂ ਭਾਰ ਨੱਚਦੇ ਸਨ,
ਉਹਨਾਂ ਦੇ ਹੱਥਾਂ 'ਚ ਸ਼ਸਤਰ ਜਿਹੜੇ ਸਨ ਉਛਲ ਉਛਲ ਕੇ ਪੈਂਦੇ ਸਨ ਕਿ ਜੇ ਸਿੰਘਾਂ ਦੀ ਗੋਲੀ ਵੀ ਆਏਗੀ ਤੇ ਸਾਡਾ ਵਿਗਾੜ ਕੁਝ ਨਹੀਂ ਸਕਦੀ, ਅਸੀਂ ਤੇ ਜਾ ਕੇ ਹੱਥੋਂ ਹੱਥੀ ਫੜ ਲੈਣਾ। ਇਹਨਾਂ ਨੂੰ ਉਤਾਰ ਕੇ ਫਾਇਰਿੰਗ ਕਰਦੇ ਹੋਏ ਹੈਲੀਕਾਪਟਰ ਜੇ ਲਾਂਭੇ ਹੀ ਹੋਏ ਸਨ। ਇਹ 900 950 ਕਮਾਂਡੋ ਨੂੰ ਮਰਨ ਲੱਗਿਆ 9 ਮਿੰਟ ਨਾ ਲੱਗੇ ਸਾਧ ਸੰਗਤ, 9 ਮਿੰਟ। 1800 ਮੀਟਰ ਤੱਕ ਮਾਰ ਕਰਨ ਵਾਲੀਆਂ ਮਸ਼ੀਨ ਗੰਨਾਂ ਦੀਆਂ ਗੋਲੀਆਂ, ਇਹਨਾਂ ਦੀਆਂ ਬੁਲਟ ਪ੍ਰੂਫ ਵਰਦੀਆਂ ਚੀਰ ਕੇ ਇਹਨਾਂ ਦੇ ਸਰੀਰ ਵਿੱਚ ਲੰਘ ਗਈਆਂ। ਦਰਅਸਲ ਗੋਲੀਆਂ ਉਹ ਸਨ ਜਿਹੜੀਆਂ ਟੈਂਕ ਦੀ ਮੋਟੀ ਚਾਦਰ ਨੂੰ ਪਾੜ ਕੇ ਉਹਦੇ ਚੋਂ ਪਾਰ ਜਾ ਸਕਦੀਆਂ ਹਨ। ਤੁਹਾਡੇ ਖੇਮ ਕਰਨ ਦੀ ਧਰਤੀ ਦੇ ਉੱਤੇ ਉਹਦੇ ਮੁਤਾਬਕ ਪਾਕਿਸਤਾਨ ਟੈਂਕਾਂ ਦਾ ਕਬਾੜਖਾਨਾ ਬਣਾਉਣ ਵਾਲੀਆਂ ਉਹੀ ਬਰੂਦ ਦੀਆਂ ਗੋਲੀਆਂ ਸਨ, ਬਰੂਦ ਜਿਹੜੀਆਂ ਟੈਂਕ ਦੀ ਮੋਟੀ ਚਾਦਰ ਨੂੰ ਵਿੰਨ ਕੇ ਉਹਨੂੰ ਨਕਾਰਾ ਕਰ ਸਕਦੀਆਂ ਸਨ। ਇਹਨਾਂ ਦੇ ਸਾਹਮਣੇ 950 ਕਮਾਂਡੋ ਦੀ ਕੀ ਔਕਾਤ ਸੀ। 888 ਕਮਾਂਡੋ ਜਿਹੜੇ ਹਨ ਉਹ ਮੌਕੇ ਤੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਦਰਅਸਲ ਬਹੁਤਿਆਂ ਦੇ ਮਰਨ ਦਾ ਕਾਰਨ ਇਹ ਸੀ ਉਹਨਾਂ ਦੇ ਕੋਲ 60 ਗ੍ਰਨੇਡ ਸਨ। ਜਦੋਂ ਇੱਕ ਨੂੰ ਗੋਲੀ ਵੱਜੀ ਉਹਦੇ ਲੱਕ ਨਾਲ ਬੱਧੇ ਹੋਏ ਬਰੂਦ ਦੇ ਗੋਲੇ ਫਟ ਗਏ। ਉਹ ਬਰੂਦ ਦੇ ਗੋਲੇ ਫਟਣ ਦੇ ਨਾਲ ਜਿਹੜੇ ਬਾਕੀ ਸਨ ਉਹਨਾਂ ਦੇ ਲੱਕਾਂ ਨਾਲ ਬੱਧਾ ਹੋਇਆ ਬਰੂਦ ਆਟੋਮੈਟਿਕ ਫਟਣਾ ਸ਼ੁਰੂ ਹੋ ਗਿਆ। 888 ਕਮਾਂਡੋ ਮਾਰਿਆ ਜਾ ਚੁੱਕਾ ਹੈ। ਉਹਨੇ ਇੱਥੋਂ ਤੱਕ ਲਿਖਿਆ, ਕਹਿੰਦਾ ਮੈਨੂੰ ਲੂਜ ਮੋਸ਼ਨ ਸ਼ੁਰੂ ਹੋ ਚੁੱਕੇ ਸਨ। ਮੈਂ ਸਪੈਸ਼ਲ ਜਹਾਜ਼ ਦੇ ਉੱਤੇ ਚੰਡੀਗੜ੍ਹ ਗਿਆ, ਜਾ ਕੇ ਦਵਾਈ ਵਗੈਰਾ ਲੈ ਕੇ ਆਇਆ। 4 ਸਵੇਰੇ ਸਾਨੂੰ ਲਾਹਨਤਾਂ ਪੈ ਰਹੀਆਂ ਸਨ ਕਿ ਡੁੱਬ ਕੇ ਮਰ ਜਾਓ, ਤੁਸੀਂ ਆਪਣੇ ਆਪ ਨੂੰ ਬੜੇ ਦਮਗਜੇ ਮਾਰਦੇ ਸੀ। ਇੱਕ ਵੱਡਾ ਖਤਰਾ ਸਾਡੇ ਵਾਸਤੇ ਹੋ ਗਿਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਕਿਤੇ 1947 ਵਾਲੇ ਹਾਲਾਤ ਨਾ ਬਣ ਜਾਣ, ਬਗਾਵਤ ਨਾ ਹੋ ਜਾਵੇ। ਇਸ ਬਗਾਵਤ ਨੂੰ ਦਬਾਉਣ ਵਾਸਤੇ ਅਸੀਂ ਇੱਕ ਸਕੀਮ ਘੜੀ ਜਿਹੜੀ ਸਾਡੀ ਕਾਰਗਰ ਹੋਈ ਔਰ ਕਾਮਯਾਬ ਹੋਈ, ਔਰ ਉਹ ਸਕੀਮ ਅੱਜ ਤੱਕ ਸਾਡੇ ਵਿੱਚ ਹੈ। ਉਹ ਲਿਖਦਾ, ਕਹਿੰਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਰਪਾਲ ਸਿੰਘ ਸਾਡਾ ਖਰੀਦਿਆ ਹੋਇਆ ਸੀ, ਸਾਡੇ ਕਹਿਣੇ ਵਿੱਚ ਸੀ, ਜੋ ਅਸੀਂ ਕਹਿੰਦੇ ਸੋ ਕਹਿੰਦਾ ਸੀ। ਔਰ 700 ਟਾਊਟ 7000 ਮਾਫ ਕਰਨਾ 7000 ਟਾਊਟ ਜਿਨ੍ਹਾਂ ਨੂੰ ਪੀਲੇ ਪਰਨੇ ਬੰਨੇ ਗਏ, ਗਲ ਚੋਲੇ ਪਵਾਏ ਗਏ, 1-1 ਫੁੱਟ ਦੀਆਂ ਉਹਨਾਂ ਦੀਆਂ ਕਿਰਪਾਨਾਂ, ਇਹਨਾਂ ਨੂੰ ਪੰਜਾਬ ਦੇ ਵੱਖੋ-ਵੱਖ ਪਿੰਡਾਂ ਵਿੱਚ ਤੋੜ ਦਿੱਤਾ ਗਿਆ, ਜਿਹੜੇ ਇਸ ਗੱਲ ਦਾ ਐਲਾਨ ਕਰਨ ਕਿ ਭਿੰਡਰਾਂਵਾਲਾ ਫੌਜ ਦਾ ਘੇਰਾ ਤੋੜ ਕੇ ਪਾਕਿਸਤਾਨ ਚਲਿਆ ਗਿਆ ਹੈ, ਔਰ ਹਦਾਇਤ ਕਰ ਗਿਆ ਕਿ ਜਿਹੜਾ ਵੀ ਸੁਣਦਾ ਅੰਮ੍ਰਿਤਸਰ ਵੱਲ ਨੂੰ ਵਹੀਰਾਂ ਕੱਤ ਕੇ ਆ ਜਾਵੇ। ਇਹਦਾ ਇੱਕ ਕਾਰਨ ਸੀ, ਸਾਨੂੰ ਹਦਾਇਤਾਂ ਸੀ ਜਿਹੜੇ ਹਰਮੰਦਰ ਸਾਹਿਬ ਵੱਲ ਲੋਕ ਆਉਣ ਉਹਨਾਂ ਨੂੰ ਰੋਕਿਆ ਨਾ ਜਾਵੇ। ਜਦੋਂ ਥੋੜੀ ਦੂਰੀ ਦੇ ਉੱਤੇ ਰਹਿ ਜਾਣ ਇਹਨਾਂ ਨੂੰ 24 ਘੰਟੇ ਭੁੱਖਿਆਂ ਬਿਠਾਇਆ ਜਾਵੇ ਧੁੱਪੇ, ਉਸ ਤੋਂ ਬਾਅਦ ਡਾਂਗ ਫੇਰ ਕੇ ਵਾਪਸ ਪਿੰਡਾਂ ਨੂੰ ਤੋੜ ਦਿੱਤਾ ਜਾਵੇ। 2 ਦਿਨ ਇਹਨਾਂ ਨੂੰ ਆਉਂਦਿਆਂ ਲੱਗਣਗੇ, 2 ਦਿਨ ਜਾਂਦਿਆਂ ਲੱਗਣਗੇ, 1 ਦਿਨ ਇੱਥੇ ਭੁੱਖੇ ਤੇ ਆਏ ਬੈਠਣਗੇ। ਇੰਨੀ ਮਾਰ ਖਾ ਕੇ ਘਰ ਜਾ ਕੇ ਆਰਾਮ ਹੀ ਕਰਨਗੇ, ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਨਹੀਂ ਕਰ ਸਕਦੇ, ਕਿਉਂਕਿ ਸੰਤ ਆਪਣੀਆਂ ਤਕਰੀਰਾਂ ਵਿੱਚ ਇਹ ਗੱਲ ਕਹਿੰਦੇ ਸਨ, ਜੇ ਫੌਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰ ਦਿੱਤਾ ਤੇ ਖਾਲਸਾ ਜੀ ਜਿਹੜੀਆਂ ਤੁਹਾਨੂੰ ਮੈਂ ਹਦਾਇਤਾਂ ਕਰਦਾ ਹਾਂ, ਅੰਮ੍ਰਿਤਸਰ ਵਾਲੇ ਪਾਸੇ ਕੋਈ ਨਾ ਆਵੋ, ਆਪਣਾ ਆਪ ਫਰਜ਼ ਪਛਾਣ ਲਿਓ, ਫਿਰ ਜੋ ਤੁਸਾਂ ਨੇ ਕਰਨਾ। ਪਰ ਸਾਡੀ ਸਕੀਮ ਕਾਰਗਰ ਹੋ ਗਈ। ਲੋਕਾਂ ਨੇ ਵਹੀਰਾਂ ਘੱਤ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵੱਲ ਨੂੰ ਆਉਣਾ ਸ਼ੁਰੂ ਕਰ ਦਿੱਤਾ। 900 ਕਮਾਂਡੋ ਮਾਰਿਆ ਗਿਆ। ਮੂੰਹ ਵਿੱਚ ਉਂਗਲਾਂ ਪਾ ਕੇ ਅਸੀਂ ਸਾਰੇ ਦੇ ਸਾਰੇ ਖਲੋਤੇ ਸਾਂ। ਕੁੱਲ ਦੁਨੀਆ ਦੇ ਵੱਡੇ ਵੱਡੇ ਮੁਲਕ ਸਾਨੂੰ ਮਖੌਲ ਕਰ ਰਹੇ ਸਨ। ਅਮਰੀਕਾ ਵਰਗੇ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਆਪਣੇ ਟ੍ਰੇਨਰ ਭੇਜਦੇ ਹਾਂ ਜਿਹੜੀ ਤੁਹਾਡੀ ਆਰਮੀ ਨੂੰ ਟ੍ਰੇਨਿੰਗ ਦੇਣ। ਪਾਕਿਸਤਾਨ ਵਾਲਿਆਂ ਨੇ ਆਖਿਆ ਸਿੱਖਾਂ ਨੂੰ ਆਜ਼ਾਦ ਕਰ ਦਿਓ। ਚਾਈਨਾ ਵਾਲੇ ਨੇ ਕੁਛ ਆਖਿਆ, ਰਸ਼ੀਆ ਵਾਲੇ ਨੇ ਕੁਛ ਆਖਿਆ, ਕਿਸੇ ਨੇ ਕੁਝ ਆਖਿਆ, ਕਿਸੇ ਨੇ ਕੁਝ ਆਖੇ। ਹੁਣ ਸਾਡੇ ਸਾਹਮਣੇ ਬੜਾ ਵੱਡਾ ਮਸਲਾ ਸੀ। ਜਾਂ ਇੰਨੇ ਚਿਰ ਨੂੰ ਜਨਰਲ ਵੈਦਿਆ ਨੇ ਮਿਸਿਸ ਗਾਂਧੀ ਦੇ ਕੋਲੋਂ ਇੱਕ ਮੰਗ ਮੰਗੀ ਕਿ ਮੈਨੂੰ ਪਰਮਾਣੂ ਬੰਬ ਦਿੱਤਾ ਜਾਵੇ, ਮੈਂ ਅੰਮ੍ਰਿਤਸਰ ਦੇ ਉੱਤੇ ਸੁੱਟਣਾ ਚਾਹੁੰਦਾ। ਐਡਾ ਵੱਡਾ ਨੁਕਸਾਨ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਔਰ ਹੁਣ ਤੱਕ ਉਹਦੇ ਮੁਤਾਬਕ ਕਹਿੰਦਾ ਸਾਡਾ 5,500 ਜਰਨੈਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਸ਼ਹੀਦ ਹੋ ਚੁੱਕਾ। ਉਹਦੇ ਮੁਤਾਬਕ ਉਹ ਸ਼ਹੀਦ ਹੋ ਚੁੱਕਾ, ਅਸੀਂ ਕਵਾਂਗੇ ਮਾਰਿਆ ਗਿਆ। ਉਹਨੇ ਆਖਿਆ ਮੈਨੂੰ ਪਰਮਾਣੂ ਬੰਬ ਦਿੱਤਾ ਜਾਵੇ।
मैं अमृतसर ते परख के वेखना चाहता हूं। दास्तान अजे बहुत लंबी है ते समा मेरा समाप्त है। मैं इस मजबूर नूं शार्टकट नहीं सी करना चाहता। मैं तो एक एक पहलू तुहाडे चरनां च रखना चाहता सा ते समय की उलंघना भी मैं नहीं करनी चाहता। वाहिगुरू कृपा करे फिर वक्त मिले इनू मैं अगेरे तोड़ के अखीर तक 8 जून तक मैं तुहाडे चरनां च रखने की कोशिश करांगा। ये नज़ारा तो तुसां 3 और 4 जून का वेखिया है। अजे 4 दिन की लड़ाई बाकी है। ਜਿਹੜੇ ਕਹਿੰਦੇ ਸੀ ਹਰਮੰਦਰ ਸਾਹਿਬ ਅਸੀਂ 2.5 ਘੰਟਿਆਂ 'ਚ ਫਤਿਹ ਕਰਨਾ ਹੈ, ਉਹਨਾਂ ਨੂੰ 8 ਦਿਨ ਲੱਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਫਤਿਹ ਯਾਬ ਪਾਉਂਦਿਆਂ। ਕੀ ਕੁਝ ਵਾਪਰਿਆ ਇਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ। 15,500 ਇੰਡੀਅਨ ਆਰਮੀ ਦਾ ਜਰਨੈਲ ਇੱਥੇ ਮਾਰਿਆ ਗਿਆ, 43 ਅਫਸਰ ਇਹਦੇ ਵਿੱਚ ਮਾਰੇ ਗਏ, 334 ਜੂਨੀਅਰ ਅਫਸਰ ਮਾਰੇ ਗਏ, 17,000 ਤੋਂ ਵੱਧ ਫੱਟਰ ਹੋਇਆ। ਕਿਹੜਾ ਕਿਹੜਾ ਹਥਿਆਰ ਪਰਖਿਆ ਗਿਆ, ਟੈਂਕ ਕਿਵੇਂ ਆਏ, ਟੈਂਕਾਂ ਤੋਂ ਪਹਿਲਾਂ ਕਿਹੜੀ ਕਿਹੜੀ ਮਸ਼ੀਨਰੀ ਹਰਮੰਦਰ ਸਾਹਿਬ ਤੇ ਆਈ, ਕਿੰਨੀਆਂ ਗੱਡੀਆਂ ਬਖਤਰਬੰਦ ਆਈਆਂ। ਇਹ ਵਿਸਥਾਰਪੂਰਵਕ ਰਿਪੋਰਟ ਤੁਹਾਡੇ ਚਰਨਾਂ 'ਚ ਮੈਂ ਕਦੀ ਵਾਹਿਗੁਰੂ ਨੇ ਕਿਰਪਾ ਕੀਤੀ, ਕਿਉਂਕਿ ਸੰਗਤਾਂ ਦੀ ਬੜੇ ਚਿਰ ਦੀ ਮੰਗ ਸੀ। ਦਾਸ ਨੇ ਇਸ ਵਿਸ਼ੇ ਨੂੰ ਵਾਚਣ ਦੀ ਕੋਸ਼ਿਸ਼ ਕੀਤੀ ਹੈ ਔਰ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੰਗ ਕਰਦਾ ਜੋ ਸਾਡੇ ਨਾਲ ਹੋਇਆ ਅਸੀਂ ਇਸ ਨੂੰ ਵਾਚੀਏ। ਸੋ ਮੈਂ ਬਹੁਤ ਬਹੁਤ ਧੰਨਵਾਦੀ ਕਾਕਾ ਜੋਬਨਪ੍ਰੀਤ ਸਿੰਘ ਜੀ, ਗੁਰੂ ਅਮਰਦਾਸ ਮਹਾਰਾਜ ਨਗਰ ਤੋਂ ਸਨਖਤਰੇ ਤੋਂ, ਉਹਨਾਂ ਵੱਲੋਂ ਮਾਇਆ ਹਾਜ਼ਰ ਹੋਈ ਹੈ। ਸਤਿਗੁਰੂ ਹਾਰੀਆਂ ਦਰ ਪ੍ਰਵਾਨ ਕਰਨ। ਮਾੜੀ ਮੇਘੇ ਤੋਂ ਸਰਦਾਰ ਕੁਲਦੀਪ ਸਿੰਘ ਜੀ ਹੁਣਾਂ ਵੱਲੋਂ ਮਾਇਆ ਹਾਜ਼ਰ ਹੋਈ ਹੈ। ਸਰਦਾਰ ਬਾਜ ਸਿੰਘ ਜੀ ਹੁਣਾਂ ਵੱਲੋਂ ਮਾਇਆ ਹਾਜ਼ਰ ਹੋਈ ਹੈ। ਬਾਬਾ ਹਰੀ ਸਿੰਘ ਜੀ ਹੁਣਾਂ ਵੱਲੋਂ ਮਾਇਆ ਹਾਜ਼ਰ ਹੋਈ ਹੈ। ਸਰਦਾਰ ਰਜਿੰਦਰ ਸਿੰਘ ਜੀ ਔਰ ਸਰਦਾਰ ਭਾਗ ਸਿੰਘ ਜੀ, ਉਹਨਾਂ ਦੇ ਨਾਂ ਤੋਂ ਭੈਣ ਜੀ ਮਾਇਆ ਅਰਦਾਸ ਕਰਾ ਗਏ। ਹੋਰ ਭੈਣ ਜੀ ਗੁਪਤਦਾਨ ਮਾਇਆ ਅਰਦਾਸ ਕਰਾ ਗਏ ਹਨ। ਸੁਖਦੇਵ ਸਿੰਘ ਜੀ ਅਲਗੋਂ ਕੋਠੀ ਤੋਂ ਮਾਇਆ ਅਰਦਾਸ ਕਰਾ ਗਏ ਹਨ। ਜਰਨੈਲ ਸਿੰਘ ਜੀ 50 ਦਮੜੇ ਮਾਇਆ ਅਰਦਾਸ ਕਰਾਉਂਦੇ ਨੇ। ਬਲਕਾਰ ਸਿੰਘ ਜੀ 50 ਦਮੜੇ। ਜੋੜਾ ਘਰ ਦੇ ਸੇਵਾਦਾਰਾਂ ਵੱਲੋਂ 100 ਦਮੜਾ ਮਾਇਆ ਹਾਜ਼ਰ ਹੋਈ ਹੈ। ਸ਼ਹੀਦ ਭਾਈ ਬਖਸ਼ੀਸ਼ ਸਿੰਘ ਦੇ ਨਾਂ ਤੋਂ ਉਹਨਾਂ ਦੇ ਭਾਈ ਸਾਹਿਬ ਜੀ ਮਾਇਆ ਅਰਦਾਸ ਕਰਾਉਂਦੇ। ਤੁਸਾਂ ਨੇ ਗੁਪਤਦਾਨ ਮਾਇਆ ਬੇਨਤੀ ਅਰਦਾਸ ਕਰਾਈ ਹੈ। ਸਾਡੇ ਵੀਰ ਗੁਰਬਚਨ ਸਿੰਘ ਜੀ ਕਲਸੀਆਂ, ਉਹਨਾਂ ਵੱਲੋਂ ਮਾਇਆ ਹਾਜ਼ਰ ਹੋਈ ਹੈ। ਸਤਿਗੁਰੂ ਹਾਰੀਆਂ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਕਦਮ ਕਦਮ ਲੇਖੇ ਚਲਾਉਣਾ, ਗੁਰਸਿੱਖੀ ਜੀਵਨ ਨਾਮਦਨ ਬਖਸ਼ਿਸ਼ ਕਰਨ। ਹਾਂਜੀ, ਹੁਕਮ ਹੋਇਆ ਕਿ ਇੱਕ ਵਾਰ ਹੋਰ ਜਿਹੜੀ ਹੈ ਉਹ ਤੁਹਾਡੇ ਚਰਨਾਂ 'ਚ ਮੈਂ ਕਹਾਂ। ਸਿੰਘਾਂ ਨੇ ਆਖਿਆ ਫਿਰ ਆਖਰੀ ਕਹਿ ਦਿਓ। ਆਖਰੀ ਕਹਿਣ ਵਾਸਤੇ ਬਾਕੀ ਦਾ ਬਾਕੀ ਸਾਰਾ ਲੈਕਚਰ ਮੈਨੂੰ ਇਸ ਤਰ੍ਹਾਂ ਹੀ ਕਰਨਾ ਪਵੇਗਾ। ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ, ਤੁਸਾਂ ਨੇ ਐਡਾ ਤਵੱਜੋ ਦੇ ਕੇ ਸਰਵਣ ਕੀਤਾ। ਮੋਟੇ ਰੂਪ ਵਿੱਚ ਮੈਂ ਸਾਰੇ ਦਾ ਸਾਰਾ ਵਿਆਖਿਆਨ ਕਰਕੇ ਆਖਰੀ ਵਾਰ ਕਹਿਣਾ ਚਾਹੁੰਦਾ। ਸਰਵਣ ਕਰਨਾ। ਕਮਾਂਡੋ ਮਾਰਿਆ ਗਿਆ। ਹੁਣ ਕੀ ਕੀਤਾ ਜਾਵੇ? ਹੁਣ ਉਹ ਕਮਾਂਡੋ ਸੱਦੇ ਜਾਣ ਜਿਹੜੇ ਸਪੈਸ਼ਲ ਕਮਾਂਡੋ ਹਨ, ਜਿਹੜੇ ਮੰਤਰੀਆਂ ਦੇ ਨਾਲ ਕਮਾਂਡੋ ਹੁੰਦੇ ਨੇ। ਇਹਨਾਂ ਦੀ ਟ੍ਰੇਨਿੰਗ ਬੜੀ ਸਖਤ ਹੁੰਦੀ ਹੈ। 20 ਤੋਂ ਲੈ ਕੇ 28 ਸਾਲ ਤੱਕ ਇਹ ਨੌਜਵਾਨ ਹੁੰਦੇ ਨੇ। 25 ਫੁੱਟ ਤੋਂ ਛਾਲ ਮਾਰ ਦਿੰਦੇ ਹਨ। 1 ਮਿੰਟ ਤੱਕ ਇਹ ਅੱਖ ਨਹੀਂ ਝਪਕਦੇ। ਬਹੁਤ ਇਹਨਾਂ ਦੀ ਸਖਤ ਟ੍ਰੇਨਿੰਗ ਹੁੰਦੀ ਹੈ। ਇਹ ਕਮਾਂਡੋ ਜਿਹੜੇ ਹਨ ਇਹ ਮੰਗਾਏ ਗਏ, ਜਿਨ੍ਹਾਂ ਦੀ ਗਿਣਤੀ 1300 ਹੈ। ਰਾਜੀਵ ਗਾਂਧੀ ਨੇ ਸਪੈਸ਼ਲ ਹਵਾਈ ਜਹਾਜ਼ 4 ਦੇ ਰਾਹੀਂ ਰਾਜਾ ਸਾਂਸੀ 에ਅਰਪੋਰਟ ਦੇ ਉੱਤੇ ਇਹਨਾਂ ਨੂੰ ਉਤਾਰਿਆ ਗਿਆ। 1300 ਕਮਾਂਡੋ ਇਹ ਮੌਤ ਦੇ ਫਰਿਸ਼ਤੇ ਸਨ। ਇਹਨਾਂ ਕਮਾਂਡੋਆਂ ਦਾ ਇੰਚਾਰਜ ਸੀ ਬ੍ਰਹਮ ਮਿਸ਼ਰਾ। 5 ਚੀਫ ਸਨ ਇਹਨਾਂ ਦੇ। ਜਲਿਆਂਵਾਲੇ ਬਾਗ ਵਿੱਚ ਇਹਨਾਂ ਨੂੰ ਉਤਾਰਿਆ ਗਿਆ, ਹਦਾਇਤਾਂ ਕੀਤੀਆਂ ਗਈਆਂ ਔਰ ਬ੍ਰਹਮ ਮਿਸ਼ਰਾ ਸਾਨੂੰ ਮਖੌਲ ਕਰਦਾ ਸੀ। ਸਾਰੀ ਕਾਰਵਾਈ ਸੁਣ ਕੇ ਉਹਨੇ ਆਖਿਆ 10 ਘੰਟੇ ਦੇ ਵਿੱਚ ਵਿੱਚ ਮੈਂ ਆਪਰੇਸ਼ਨ ਖਤਮ ਕਰ ਦੇਵਾਂਗਾ, ਪਰ ਤੁਹਾਨੂੰ ਮੇਰੇ ਮੁਤਾਬਕ ਚੱਲਣਾ ਪਵੇਗਾ। ਕੀ ਕੀਤਾ ਜਾਵੇ? ਘੰਟਾ ਘਰ ਵਾਲੇ ਪਾਸਿਓਂ ਹਰਮੰਦਰ ਸਾਹਿਬ ਦੀ ਇਮਾਰਤ ਤੋਂ 200 ਫੁੱਟ ਦੂਰੀ ਦੇ ਉੱਤੇ ਇੱਕ ਸੁਰੰਗ ਪੁੱਟੀ ਜਾਵੇ। 6 ਫੁੱਟ ਗੁਲਾਈ ਦੀ ਸੁਰੰਗ ਹੋਵੇਗੀ ਜਿਹੜੀ ਹਰਮੰਦਰ ਸਾਹਿਬ ਦੇ ਅੰਦਰ ਜਾਵੇਗੀ। ਅੰਦਰ ਜਾ ਕੇ 5 ਫੁੱਟ ਨੀਵੀਂ ਕਮਰਿਆਂ ਤੋਂ ਸੁਰੰਗ ਹੋਵੇਗੀ। ਵਰਮੇ ਦੇ ਨਾਲ ਛੇਕ ਕਰਕੇ ਇੱਕ ਕਮਰੇ ਦੇ ਵਿੱਚ ਇਸ ਨੂੰ ਖੋਲਿਆ ਜਾਵੇਗਾ। ਸਭ ਤੋਂ ਪਹਿਲਾਂ ਉਹਨਾਂ ਕਮਰਿਆਂ ਵਿੱਚ ਅਥਰੂ ਗੈਸ ਔਰ ਐਸੀ ਗੈਸ ਛੱਡੀ ਜਾਵੇਗੀ ਜਿਹਦੇ ਨਾਲ ਬੰਦਾ ਬੇਹੋਸ਼ ਹੋ ਜਾਂਦਾ, ਮਰਦਾ ਨਹੀਂ, ਜਿਹਦਾ ਅਸਰ ਅੱਧੇ ਘੰਟੇ ਤੱਕ ਰਹਿੰਦਾ। 1300 ਕਮਾਂਡੋ, ਸਪੈਸ਼ਲ ਕਮਾਂਡੋ, ਮੌਤ ਦੇ ਫਰਿਸ਼ਤੇ। ਔਰ ਉਹਦੇ ਮੁਤਾਬਕ ਇੱਕ ਕਮਾਂਡੋ ਨੂੰ ਤਿਆਰ ਕਰਨ ਦੇ ਉੱਤੇ ਇੱਕ ਹਵਾਈ ਜਹਾਜ਼ ਜਿੰਨਾ ਖਰਚਾ ਆਉਂਦਾ ਹੈ। ਇਹ ਸੁਰੰਗ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਾਣਗੇ। ਜਿਹੜੇ ਦਾਅਵਾ ਕਰਦੇ ਸਨ ਕਿ ਅਸੀਂ 10 ਘੰਟੇ ਦੇ ਵਿੱਚ ਵਿੱਚ ਸਾਰੇ ਦਾ ਸਾਰਾ ਅਸੀਂ ਸਿੰਘਾਂ ਦਾ ਸਫਾਇਆ ਕਰ ਦੇਵਾਂਗੇ।
ਸੁਰੰਗ ਪੁੱਟ ਦਿੱਤੀ ਗਈ। ਮਸ਼ੀਨ ਨੂੰ ਸੁਰੰਗ ਪੁੱਟਦਿਆਂ 2 ਘੰਟੇ ਨਾ ਲੱਗੇ। ਜਿੰਨਾ ਚਿਰ ਇਹ ਸੁਰੰਗ ਬੰਦ ਨਾ ਕੀਤੀ ਗਈ ਉਹਨਾਂ ਚਿਰ ਕਿਸ ਨੂੰ ਲਾਗੇ ਵੀ ਨਹੀਂ ਆਉਣ ਦਿੱਤਾ ਗਿਆ। ਤੇ ਸ਼ਾਇਦ ਜਿਨ੍ਹਾਂ ਨੇ ਉਦੋਂ ਜਾ ਕੇ ਦਰਸ਼ਨ ਕੀਤੇ ਹੋਣਗੇ ਨਿਸ਼ਾਨੀਆਂ ਵੇਖ ਲਈਆਂ ਹੋਣਗੀਆਂ। ਸੁਰੰਗ ਪੁੱਟ ਕੇ ਵਰਮੇ ਨਾਲ ਛੇਕ ਪਾ ਕੇ ਪਹਿਲਾਂ ਉਹਦੇ 'ਚ ਗੈਸ ਛੱਡੀ ਗਈ, ਫਿਰ ਉਹਦੇ ਰਾਹੀਂ ਕਮਾਂਡੋ ਅੰਦਰ ਦਾਖਲ ਹੋਏ। ਸਭ ਤੋਂ ਪਹਿਲਾਂ 750 ਕਮਾਂਡੋ ਅੰਦਰ ਗਿਆ। ਇਹਨਾਂ ਦੇ ਕੋਲ ਲੇਜ਼ਰਾਂ ਸਨ, ਸਪੈਸ਼ਲ ਗੰਨਾਂ ਸਨ। ਇਹ ਅੰਦਰ ਗਏ। ਅੰਦਰ ਜਾਂਦਿਆਂ ਸਾਰ ਇਹਨਾਂ ਅਗਲੇ ਕਮਰੇ 'ਚ ਵੇਖਿਆ, ਕਿਉਂਕਿ ਸਿੰਘਾਂ ਨੇ ਲੱਕੜ ਦਾ ਸਾਰਾ ਸਮਾਨ ਲਾ ਲਿਆ ਸੀ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅੱਗ ਨਾ ਲੱਗੇ। 20-25 ਸਿੰਘ ਜਿਹੜੇ ਸਨ ਇਹ ਕਮਰੇ 'ਚ ਆਪਣੇ ਸ਼ਸਤਰਾਂ ਸਮੇਤ ਲੇਟੇ ਹੋਏ ਸਨ। ਥੱਕ ਗਏ ਹੋਣਗੇ 3-4 ਦਿਨ ਦੇ ਲੜਦੇ ਉਹ ਆਰਾਮ ਕਰ ਰਹੇ ਸਨ। ਇਹਨਾਂ ਕਮਾਂਡੋਆਂ ਨੇ ਮਾਰਨ ਲੱਗਿਆ ਉਹਨਾਂ ਨੂੰ 1 ਮਿੰਟ ਨਾ ਲਾਇਆ। ਇਹ ਗੋਲੀ ਦਾ ਖੜਾਕ ਸੁਣ ਕੇ ਕੁਝ ਹੋਰ ਸਿੰਘ ਆਏ। ਇਹਨਾਂ ਕਮਾਂਡੋਆਂ ਨੇ ਉਹ ਵੀ ਮਾਰ ਦਿੱਤੇ। 65 ਸਿੰਘ ਹੁਣ ਤੱਕ ਸ਼ਹੀਦ ਹੋ ਚੁੱਕੇ। 65 ਸਿੰਘਾਂ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਇਹਨਾਂ ਨੇ ਕੋਰਟ ਵਿੱਚ ਗੱਲ ਕੀਤੀ, ਕੋਰਟ ਵਰਡ ਵਿੱਚ। ਆਖਰੇ ਹਦਾਇਤ ਮਾਨੋ ਜਰਨਲ ਸੁਬੇਗ ਸਿੰਘ ਤੱਕ ਗਈ ਹੋਵੇ। ਫਿਰ ਕਹਿੰਦੇ ਨੇ ਜਿਨ੍ਹਾਂ ਸਿਲੰਡਰਾਂ ਦੇ ਨਾਲ ਖਾਣਾ ਬਣਾਇਆ ਜਾਂਦਾ, ਪਿੱਤਲ ਦੀ ਧਾਤ ਦੇ ਬਣੇ ਹੋਏ ਇਹ ਸਿਲੰਡਰ, ਇਹਨਾਂ ਦੀਆਂ ਨਾਲੀਆਂ ਖੋਲ ਕੇ, ਇਹਨਾਂ ਦੀ ਗੈਸ ਖੋਲ ਕੇ ਇਹ ਸਿੰਘ ਆਪਣੇ ਹੱਥਾਂ 'ਚੋਂ ਸਿਲੰਡਰ ਲੈ ਕੇ ਆ ਰਹੇ ਹਨ। ਜਿਨ੍ਹਾਂ ਨੇ ਲਿਆ ਕੇ ਪਹਿਲਾ ਸਿਲੰਡਰ ਸੁੱਟ ਕੇ ਉਹਦੇ ਤੇ ਫਾਇਰਿੰਗ ਕਰਕੇ ਉਹਨੂੰ ਫਟਾ ਦਿੱਤਾ। ਇਹ ਪਹਿਲਾ ਸਿਲੰਡਰ ਫਟਣ ਦੇ ਨਾਲ 250 ਕਮਾਂਡੋ ਮੌਕੇ ਦੇ ਉੱਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਫਿਰ ਸਿੰਘਾਂ ਨੇ ਉਸ ਸੁਰੰਗ ਵਿੱਚ 2 ਸਿਲੰਡਰ ਹੋਰ ਸੁੱਟੇ, ਉਹਨਾਂ ਨੂੰ ਵੀ ਫਟਾ ਦਿੱਤਾ ਗਿਆ। ਔਰ 1300 ਕਮਾਂਡੋ ਦੇ ਵਿੱਚੋਂ 1100 ਕਮਾਂਡੋ ਸਿੰਘਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਜਿਹੜੇ ਬਾਕੀ ਬਚੇ ਸਨ 200 ਕਮਾਂਡੋ, ਇਹ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਦੌੜੇ। ਕਿਹੜੇ ਹਨ? ਜਿਹੜੇ ਸੁਰੰਗ ਚੋਂ ਬਾਹਰ ਨਿਕਲ ਚੁੱਕੇ ਹਨ, ਜਿਨ੍ਹਾਂ ਨੇ ਸਿੰਘ ਸ਼ਹੀਦ ਕੀਤੇ ਸਨ। ਸੁਰੰਗ ਵਿੱਚ ਅੱਗ ਲੱਗੀ ਵੇਖ ਕੇ ਇਹ ਅਕਾਲ ਤਖਤ ਸਾਹਿਬ ਵੱਲ ਨੂੰ ਦੌੜੇ। ਦੌੜਨ ਦੀ ਦੇਰ ਸੀ, ਸਿੰਘਾਂ ਨੇ ਇਹਨਾਂ ਨੂੰ ਘੇਰਾ ਪਾ ਕੇ ਫੜ ਲਿਆ। ਸਿੰਘਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਦੀਆਂ ਵਰਦੀਆਂ ਲਾ ਲਈਆਂ, ਇਹਨਾਂ ਦੇ ਸ਼ਸਤਰ ਵੀ ਖੋਲੇ। ਔਰ ਜਨਰਲ ਕੁਲਦੀਪ ਬਰਾੜ ਦੇ ਮੁਤਾਬਕ ਇਹਨਾਂ ਦੀਆਂ ਲਾਸ਼ਾਂ ਸਾਨੂੰ 8 ਜੂਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿਛਵਾੜੇ ਵਾਲੇ ਪਾਸਿਓਂ ਮਿਲੀਆਂ। ਇਹ ਸਾਰੇ ਦੇ ਸਾਰੇ ਸਿੰਘਾਂ ਨੇ ਮੁੜ ਕੇ ਮਾਰ ਦਿੱਤੇ, ਇਹ ਖਤਮ ਕਰ ਦਿੱਤੇ। ਕਮਾਂਡੋ ਮਾਰੇ ਗਏ। ਕਮਾਂਡੋ ਮਰਨ ਦੇ ਨਾਲ ਹਾਹਾਕਾਰ ਮਚ ਗਈ। ਕਮਾਂਡੋ ਕਾਰਵਾਈ ਬੰਦ ਕਰ ਦਿੱਤੀ ਗਈ। ਜਿਹੜੇ ਬਚੇ ਸਨ ਕੁਝ ਇੱਕਾ ਦੁੱਕਾ, ਉਹਨਾਂ ਦੀ ਕਿਸੇ ਦੀ ਲੱਤ ਹੈ ਨਹੀਂ ਸੀ, ਕਿਸੇ ਦੀ ਬਾਂਹ ਹੈ ਨਹੀਂ ਸੀ। ਹੁਣ ਮੂੰਹ ਵਿੱਚ ਉਂਗਲਾ ਪਾ ਕੇ ਸਾਰੀ ਦੀ ਸਾਰੀ ਸਰਕਾਰ ਸੋਚਣ ਲੱਗੀ ਕਿ ਹਰਮੰਦਰ ਸਾਹਿਬ ਨੂੰ ਆਖਰ ਫਤਿਹ ਕਿਵੇਂ ਕੀਤਾ ਜਾਵੇ। ਹੁਣ ਰਸ਼ੀਆ ਦੀਆਂ ਬਣੀਆਂ ਹੋਈਆਂ 90 ਬਰਕਤਬੰਦ ਗੱਡੀਆਂ ਜਿਹੜੀਆਂ ਸਨ, ਜਿਨ੍ਹਾਂ ਦੀ ਚਾਦਰ ਦੀ ਮੋਟਾਈ 23 ਇੰਚ ਮੋਟੀ ਸੀ, 3.7 ਦੀਆਂ ਇਹਦੇ ਤੇ ਗੰਨਾਂ ਲੱਗੀਆਂ ਹੋਈਆਂ ਸਨ। ਉਹ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਇਹ ਆਰਮੀ ਵਾਲੇ ਵੀਰ ਬਿਹਤਰ ਜਾਣਦੇ ਨੇ, ਮੈਂ ਤੇ ਪੜ੍ਹੇ ਮੁਤਾਬਕ ਹੀ ਗੱਲ ਕਰ ਰਿਹਾ। 23 ਇੰਚ ਮੋਟੀ ਇਹਨਾਂ ਦੇ ਉੱਤੇ ਲੋਹੇ ਦੀ ਚਾਦਰ ਸੀ। ਇਹਨਾਂ ਨੂੰ ਟਾਇਰਾਂ ਦੀ ਜਗ੍ਹਾ ਰੇਲ ਦੇ ਪਹੀਏ ਲਾਏ ਗਏ ਔਰ ਇਹਨਾਂ ਨੂੰ ਲੰਗਰ ਵਾਲੇ ਪਾਸਿਓਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਪ੍ਰਕਰਮਾ ਵਿੱਚ ਦਾਖਲ ਕੀਤਾ ਗਿਆ। ਸਭ ਤੋਂ ਪਹਿਲਾਂ ਅੱਗੇ 10 ਗੱਡੀਆਂ ਜਾ ਰਹੀਆਂ ਹਨ ਔਰ ਕਹਿੰਦਾ ਅਸੀਂ ਦੰਗ ਰਹਿ ਗਏ ਜਦੋਂ ਚਾਈਨਾ ਦੇ ਬਣੇ ਹੋਏ ਰਾਕਟ ਉਹ ਸਾਡੇ ਉੱਤੇ ਦਾਗੇ ਗਏ। ਜਿਹੜੇ 90 ਟਨ ਭਾਰੇ ਟੈਂਕ ਦੇ ਉੱਤੇ ਜੇਕਰ ਰਾਕਟ ਡਿੱਗ ਪਵੇ ਤੇ ਉਸਨੂੰ 21 ਫੁੱਟ ਉੱਚਾ ਹਵਾ ਵਿੱਚ ਉਡਾ ਸਕਦੇ ਹਨ। ਜਦੋਂ ਇਹਨਾਂ ਬਖਤਰਬੰਦ ਗੱਡੀਆਂ ਦੇ ਨਾਲ ਆਣ ਕੇ ਸਿੰਘਾਂ ਦੇ ਚਲਾਏ ਹੋਏ ਰਾਕਟ ਵੱਜੇ, ਇਹ ਬਖਤਰਬੰਦ ਗੱਡੀਆਂ ਜਿਹੜੀਆਂ ਸਨ ਇਹ ਆਕਾਸ਼ 'ਚ 65 ਫੁੱਟ ਉੱਚੀਆਂ ਉੱਡੀਆਂ ਔਰ ਸਰੋਵਰ ਵਿੱਚ ਡਿੱਗ ਪਈਆਂ। ਔਰ ਕਹਿੰਦਾ ਸਾਡੀ ਖੁਸ਼ਕਿਸਮਤੀ ਹੈ ਕਿ ਸਿੰਘਾਂ ਦੇ ਕੋਲ ਸਿਰਫ 5 ਹੀ ਰਾਕਟ ਲਾਂਚਰ ਸਨ, 5 ਹੀ। ਜੇ ਕਿਤੇ 50 ਹੁੰਦੇ ਤੇ ਸਿੰਘ ਸ਼ਾਇਦ ਸਾਡੇ ਕਬਜ਼ੇ ਵਿੱਚ ਕਦੀ ਨਾ ਹੁੰਦੇ। ਇਹਨਾਂ 5 ਰਾਕਟ ਲਾਂਚਰਾਂ ਦੇ ਨਾਲ ਉਹਨਾਂ ਨੇ 10 ਗੱਡੀਆਂ ਬਰਬਾਦ ਕੀਤੀਆਂ, ਕਿਉਂਕਿ ਜੇਕਰ ਇੱਕ ਨੂੰ ਵੱਜਦਾ ਸੀ ਦੂਜੀ ਨਾਲ ਨੁਕਸਾਨ ਹੀ ਜਾਂਦੀ ਸੀ। ਹੁਣ ਬਾਕੀ ਗੱਡੀਆਂ ਸਨ 90 ਗੱਡੀਆਂ ਸਨ, 90 ਵਿੱਚੋਂ 10 ਬਰਬਾਦ ਹੋ ਗਈਆਂ, 80 ਸਨ ਬਹੁਤ ਹਨ ਬਰਬਾਦੀ ਕਰਨ ਵਾਸਤੇ। ਜਦੋਂ ਸਾਡੀਆਂ ਬਾਕੀ ਦੀਆਂ ਗੱਡੀਆਂ ਅੱਗੇ ਵਧਣ ਲੱਗੀਆਂ ਫਿਰ ਸਾਡੇ ਤੇ ਕਹਿਰ ਵਰਸਿਆ। ਸਿੰਘਾਂ ਨੇ ਆਪਣੇ ਲੱਕਾਂ ਦੇ ਨਾਲ RDX ਬੰਨ ਕੇ, ਬਾਰੂਦ ਬੰਨ ਕੇ ਸਾਡੀਆਂ ਗੱਡੀਆਂ ਦੇ ਉੱਤੇ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਗੱਡੀ ਦੇ ਉੱਤੇ ਸਿੰਘ ਛਾਲ ਮਾਰਦਾ ਸੀ ਉਹਦੇ ਚੀਥੜੇ ਉੱਡਦੇ ਜਾਂਦੇ ਸਨ, ਲਾਗੇ ਲਾਗੇ ਤਹਿਸ਼ ਨਹਿਸ਼, ਮਾਨੋ ਸਰਵਨਾਸ਼ ਹੋ ਰਿਹਾ। ਇਹ ਗੱਡੀਆਂ ਸਾਡੀਆਂ ਬਰਬਾਦ ਹੋ ਰਹੀਆਂ ਸਨ। 55 ਗੱਡੀਆਂ ਬਰਬਾਦ ਕਰਾ ਕੇ ਬਖਤਰਬੰਦ ਗੱਡੀਆਂ ਨੂੰ ਬਾਕੀ ਨੂੰ ਵਾਪਸ ਲੈਣ ਦਾ ਗਿਆ।
ਨਿਰਸਨ ਦੇ ਸਿੰਘਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਸੀ। ਪਰ 23 ਮੋਟੀ ਲੋਹੇ ਦੀ ਚਾਦਰ ਵਾਲੀਆਂ ਗੱਡੀਆਂ 65 ਫੁੱਟ ਸਿੰਘਾਂ ਨੇ ਆਕਾਸ਼ ਵਿੱਚ ਉਡਾ ਦਿੱਤੀਆਂ। ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਸੀ। ਸਾਨੂੰ ਹੁਣ ਕੁਝ ਸੁੱਝ ਨਹੀਂ ਸੀ ਰਿਹਾ। ਹੁਣ ਕੀ ਕੀਤਾ ਜਾਵੇ? ਹੁਣ ਹਦਾਇਤ ਕੀਤੀ ਗਈ, ਇੱਕ ਮੰਗ ਰੱਖੀ ਗਈ ਕਿ ਹਵਾਈ ਜਹਾਜ਼ ਦੇ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਗੋਲਾਬਾਰੀ ਕੀਤੀ ਜਾਵੇ, ਕਿਉਂਕਿ ਇਸ ਗੋਲਾਬਾਰੀ ਦੇ ਨਾਲ ਕੌਮ ਦੇ ਲੀਡਰ ਮਰਦੇ ਸਨ, ਸਿਆਸੀ ਲੀਡਰ। ਔਰ ਸਾਨੂੰ ਹਦਾਇਤ ਸੀ ਕੌਮ ਦਾ ਸਿਆਸੀ ਲੀਡਰ ਕੋਈ ਨਹੀਂ ਮਰਨਾ ਚਾਹੀਦਾ, ਇਹਨਾਂ ਨੂੰ ਜਿਉਂਦਿਆਂ ਬਚਾ ਕੇ ਲਿਆਉਣਾ ਅੰਦਰੋਂ, ਜਿਉਂਦਿਆਂ। ਇਹ ਕਿਉਂ ਜਿਉਂਦੇ ਬਚਾ ਕੇ ਲਿਆਉਣੇ? ਸੰਗਤ ਕਿਉਂ ਮਾਰ ਦੇਣੀ ਹੈ? ਇਹ ਸਵਾਲੀਆ ਫਿਕਰਾ ਮੇਰੇ ਵੀ ਹਿਰਦੇ ਵਿੱਚ ਹੈ, ਤੁਹਾਡੇ ਵਿੱਚ ਵੀ ਹੈ। ਭਾਵੇਂ ਇਹਦੇ ਜਵਾਬ ਵੀ ਸਾਡੇ ਕੋਲ ਹਨ, ਪਰ ਸਮਾਂ ਇਸ ਗੱਲ ਦੀ ਮੰਗ ਕਰੇਗਾ ਕਿ ਇੱਕ ਦੀ ਸਮੇਂ ਅਨੁਸਾਰ ਹੀ ਗੱਲਾਂ ਸਾਡੇ ਸਾਹਮਣੇ ਆਉਣਗੀਆਂ। ਆਖਰ ਇਸ ਕਰਕੇ ਹਵਾਈ ਕਾਰਵਾਈ ਬੰਦ ਕਰ ਦਿੱਤੀ ਗਈ। ਹੁਣ 17 ਬੰਦੇ ਟਾਊਟ ਜਿਹੜੇ ਸਨ ਉਹ ਸੰਤਾਂ ਨੂੰ ਮਨਾਉਣ ਵਾਸਤੇ ਇੱਕ ਵਾਰੀ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜੇ ਗਏ, ਜਿਨ੍ਹਾਂ ਦੇ ਜਨਰੇਟਰਾਂ ਚੋਂ ਮੋਟਾ ਤੇਲ ਮੋਬਾਈਲ ਕੱਢ ਕੇ ਇਹਨਾਂ ਦੇ ਮੂੰਹ ਤੇ ਮਲ ਕੇ ਇਹਨਾਂ ਨੂੰ ਅਲਫ ਨੰਗਿਆ ਕਰਕੇ ਸੰਤਾਂ ਨੇ ਬਾਹਰ ਨੂੰ ਤੋੜ ਦਿੱਤਾ। ਔਰ ਕਹਿੰਦਾ ਪਹਿਲੀ ਵਾਰ ਸਾਡੇ ਚਿਹਰਿਆਂ ਦੇ ਉੱਤੇ ਕਿਤੇ ਹਾਸਾ ਆਇਆ, ਕਿਉਂਕਿ ਇਹ ਭੂਤ ਲੱਗ ਰਹੇ ਸਨ ਸਾਰੇ ਦੇ ਸਾਰੇ। ਕਿਸੇ ਤਰ੍ਹਾਂ ਗੱਲ ਕੰਟਰੋਲ 'ਚ ਹੁੰਦੀ ਨਾ ਵੇਖ ਕੇ ਆਖਰ 9 ਟੈਂਕ ਜਿਹੜੇ ਸਨ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਨ ਵਾਸਤੇ ਤਿਆਰ ਕੀਤੇ ਗਏ। ਬੜੀ ਲੰਬੀ ਦਾਸਤਾਨ ਹੈ, ਮੈਂ ਸ਼ਾਰਟਕਟ 'ਚ ਤੁਹਾਡੇ ਨਾਲ ਸਾਂਝਾ ਕਰ ਰਿਹਾ। 9 ਟੈਂਕ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤਹਿਸ ਨਹਿਸ ਕਰਨ ਵਾਸਤੇ ਲੰਗਰ ਵਾਲੇ ਪਾਸਿਓਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਦਾਖਲ ਹੋਏ। ਸਵੇਰ ਦੇ 3 ਵਜੇ ਹੋਏ ਹਨ, ਦਿਨ ਹੈ 6 ਜੂਨ। 3 ਵਜੇ ਪਹਿਲਾ ਗੋਲਾ ਟੈਂਕ ਨੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਸੁੱਟਿਆ। ਔਰ ਇੱਕ ਗੱਲ ਨੋਟ ਕਰਿਓ, ਇਧਰ ਪਹਿਲਾ ਗੋਲਾ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਡਿੱਗਾ ਤੇ ਦੂਸਰੇ ਪਾਸੇ ਪਾਕਿਸਤਾਨ ਦੇ ਵਿੱਚ ਸ਼੍ਰੀ ਨਨਕਾਣਾ ਸਾਹਿਬ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਮੁਕੱਦਸ ਜਨਮ ਸਥਾਨ, ਉਹਦਾ ਗੁੰਬਦ ਬੇਰਾ ਬੇਰਾ ਹੋ ਕੇ ਧਰਤੀ ਦੇ ਉੱਤੇ ਡਿੱਗ ਪਿਆ। ਇਹ ਅਟਲ ਸਚਾਈ ਜੀ। ਸਾਡੇ ਸਾਹਮਣੇ ਗੱਲਾਂ ਨਹੀਂ ਆਉਂਦੀਆਂ, ਕਿਉਂਕਿ ਇੱਥੇ ਜਿਹੜੀਆਂ ਗੱਲਾਂ ਆਉਂਦੀਆਂ ਨੇ ਉਹ ਸੈਂਸਰ ਹੋ ਕੇ ਆਉਂਦੀਆਂ ਨੇ। ਹਰ ਗੱਲ ਤੁਹਾਡੇ ਸਾਹਮਣੇ ਨਹੀਂ ਆਉਂਦੀ, ਪਰ ਜਦੋਂ ਅਸੀਂ ਵਿਦੇਸ਼ ਵਿੱਚ ਜਾਂਦੇ ਉੱਥੇ ਹਰ ਗੱਲ ਸਾਡੇ ਸਾਹਮਣੇ ਆ ਜਾਂਦੀ। ਪਹਿਲਾ ਗੋਲਾ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਡਿੱਗਾ ਤੇ ਸ਼੍ਰੀ ਨਨਕਾਣਾ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਗੁੰਬਦ ਬੇਰ ਬੇਰ ਹੋ ਕੇ ਧਰਤੀ ਦੇ ਉੱਤੇ ਡਿੱਗ ਪਿਆ। ਮਾਨੋ ਰੱਬ ਰੋਇਆ ਹੋਏ ਉਸ ਵੇਲੇ। ਗੋਲਾ ਡਿੱਗ ਗਿਆ, ਕੌਮ ਦੇ ਅਨੇਕਾਂ ਯੋਧੇ ਸ਼ਹੀਦ ਹੋਏ। ਇਹਨਾਂ 'ਚ ਸ਼ਹੀਦ ਹੋਣ ਵਾਲਾ ਇੱਕ ਐਸਾ ਗੁਰਸਿੱਖ ਪਿਆਰਾ ਹੈ, ਉਹਦਾ ਨਾਂ ਹੈ ਭਾਈ ਮੋਹਨ ਸਿੰਘ। ਮਹਿਤੇ ਚੌਂਕ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਨੂੰ ਆਈ ਇੱਕ ਨਗਰ ਹੈ ਸੂਰੋ ਪੱਡਾ, ਉੱਥੋਂ ਦਾ ਵਸਨੀਕ ਹੈ। ਇਹ ਬ੍ਰਾਹਮਣ ਸੀ, ਇਹਦਾ ਨਾਂ ਸੀ ਮੋਹਨ ਲਾਲ। ਸੰਤਾਂ ਦੇ ਸੰਪਰਕ ਵਿੱਚ ਆ ਗਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਸੱਜ ਗਿਆ ਮੋਹਨ ਸਿੰਘ। ਬਾਹਮਣਾਂ ਦੇ ਘਰ ਹੀ ਵਿਆਹਿਆ ਹੋਇਆ ਸੀ। ਇਹਦੀ ਘਰ ਵਾਲੀ ਨੇ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਸਤ ਸੰਗਤ ਕੁਰਬਾਨੀ। ਇਹਦੀਆਂ 3 ਧੀਆਂ ਸਨ। 3 ਧੀਆਂ ਦੇ ਨਾਲ ਸ਼੍ਰੀ ਹਰਿਮੰਦਰ ਸਾਹਿਬ ਸੀ। ਜਦੋਂ ਟੈਂਕਾਂ ਨੇ ਹਮਲਾ ਕੀਤਾ, ਨੇ ਆਪਣੀਆਂ ਧੀਆਂ ਦੇ ਲੱਕ ਨਾਲ RDX ਬੰਨ ਕੇ, ਬਰੂਦ ਬੰਨ ਕੇ ਇਹਨੂੰ ਟੈਂਕਾਂ ਦੇ ਉੱਤੇ ਸੁੱਟ ਦਿੱਤਾ ਸੀ। ਆਪ ਵੀ ਸ਼ਹੀਦ ਹੋ ਗਿਆ ਸੀ। ਇਸ ਮਰਦ ਦੀ ਹਰ ਸਾਲ ਬਰਸੀ ਮਨਾਈ ਜਾਂਦੀ ਹੈ, ਮੈਨੂੰ ਜਾਣ ਦਾ ਮੌਕਾ ਮਿਲਦਾ ਹੈ। ਪਰ ਅਫਸੋਸ, ਨਾ ਤੇ ਸਾਡਾ ਕਦੀ ਕੋਈ ਧਾਰਮਿਕ ਲੀਡਰ ਤੇ ਨਾ ਕਦੀ ਕੋਈ ਸਿਆਸੀ ਲੀਡਰ ਉਹਦੀ ਸਾਲਾਨਾ ਬਰਸੀ ਦੇ ਉੱਤੇ ਪਹੁੰਚਦਾ, ਕੋਈ ਨਹੀਂ ਜਾਂਦਾ। ਬਾਬਾ ਰਾਮ ਸਿੰਘ ਜੀ ਦਮਦਮੀ ਟਕਸਾਲ ਵਾਲੇ 1-2 ਵਾਰ ਗਏ ਹਨ। 10-15 ਸਰੀਰ ਹੁੰਦੇ ਨੇ ਜਦੋਂ ਦੀ ਬਰਸੀ ਮਨਾਈ ਜਾਂਦੀ ਹੈ। ਮੈਨੂੰ ਜਾਣ ਦਾ ਮੌਕਾ ਮਿਲਦਾ, ਸੰਗਤਾਂ ਬੜਾ ਪਿਆਰ ਕਰਦੇ, ਹੋਰ ਕੋਈ ਵੀ ਉੱਥੇ ਨਹੀਂ ਜਾਂਦਾ। ਮੈਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਸ ਲਿਖੀ ਹੋਈ ਵਾਰ ਦੇ ਵਿੱਚ ਇਹ ਭਾਈ ਮੋਹਨ ਸਿੰਘ ਦਾ ਉਚੇਚੇ ਤੌਰ ਦੇ ਉੱਤੇ ਜ਼ਿਕਰ ਕੀਤਾ ਹੈ। ਮੈਂ ਕਿਹਾ ਹੋਰ ਕੁਝ ਨਹੀਂ, ਅਸੀਂ ਇਹੋ ਹੀ ਸ਼ਰਧਾ ਦੇ ਫੁੱਲ ਭੇਟ ਕਰ ਸਕਦੇ ਹਾਂ ਕਿ ਜਦੋਂ ਸੰਗਤ ਵਿੱਚ ਇਹ ਗਾਥਾ ਨੂੰ ਬਿਆਨ ਕੀਤਾ ਜਾਵੇ, ਇਹ ਮਰਦ ਦਾ ਨਾਂ ਸੰਗਤਾਂ ਦੇ ਸਾਹਮਣੇ ਆਵੇ। ਜਿਹੜੀ ਵਾਰ ਹੁਣ ਢਾਡੀ ਸਿੰਘਾਂ ਨੇ ਤੁਹਾਡੇ ਸਾਹਮਣੇ ਕਹਿਣੀ ਹੈ, ਇਹਦੇ 'ਚ ਸਰਦਾਰ ਮੋਹਨ ਸਿੰਘ, ਉਹਦੀਆਂ ਧੀਆਂ ਦਾ ਜ਼ਿਕਰ ਉਚੇਚੇ ਤੌਰ ਦੇ ਉੱਤੇ ਆਵੇਗਾ। ਪਹਿਲਾਂ ਮੈਨੂੰ ਗਲਤ ਫਹਿਮੀ ਸੀ ਕਿ ਉਹਦੀਆਂ 3 ਧੀਆਂ ਇੱਥੇ ਸ਼ਹੀਦ ਹੋ ਗਈਆਂ, ਪਰ ਮੈਨੂੰ ਕੈਨੇਡਾ ਪਤਾ ਲੱਗਾ ਕਿ ਇੱਕ ਧੀ ਉਹਦੀ ਬਚ ਗਈ ਸੀ। ਕੋਈ ਗੁਰੂ ਦਾ ਪਿਆਰਾ ਉਸ ਨੂੰ ਵਿਦੇਸ਼ ਲੈ ਗਿਆ। ਇਸ ਲਈ ਉਹਦੀ ਤੀਸਰੀ ਧੀ ਇਟਲੀ ਦੀ ਧਰਤੀ ਦੇ ਉੱਤੇ ਹੈ, ਕਿਸੇ ਗੁਰਸਿੱਖ ਪਿਆਰੇ ਦੇ ਕੋਲ ਹੁਣ ਉਹ ਜਵਾਨ ਹੋ ਚੁੱਕੀ ਹੈ। ਇਹਦੀਆਂ ਧੀਆਂ ਸ਼ਹੀਦ ਹੋਈਆਂ। ਇਹਦੀ ਘਰਵਾਲੀ ਨੇ ਬਰੂਦ ਬੰਨ ਕੇ ਆਪਣੇ ਲੱਕ ਨਾਲ ਫੌਜ ਦੇ ਉੱਤੇ ਛਾਲ ਮਾਰੀ। ਆਮ ਮਰਦ ਸ਼ਹੀਦ ਹੋਇਆ। ਇਹ ਕਿਵੇਂ ਸ਼ਹੀਦ ਹੋਇਆ? ਜਦੋਂ ਟੈਂਕ ਨੇ ਪਹਿਲਾ ਗੋਲਾ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਸੁੱਟਿਆ।
पर ਸਿੰਘਾਂ ਕੋਲੋਂ ਹੁਣ ਬਰਦਾਸ਼ਤ ਦੀ ਹੱਦ ਜਿਹੜੀ ਸੀ ਉਹ ਖਤਮ ਹੋ ਚੁੱਕੀ ਸੀ। ਉਹਨਾਂ ਦੇ ਚਿਹਰਿਆਂ ਤੇ ਲਾਲੀਆਂ ਆਈਆਂ। ਉਹ ਜਿਸ ਦੇਸ਼ ਦੀ ਇੱਜ਼ਤ ਆਬਰੂ ਤੇ ਰਾਖੀ ਦੇ ਵਾਸਤੇ ਸਿੰਘਾਂ ਨੇ 90% ਕੁਰਬਾਨੀਆਂ ਕੀਤੀਆਂ ਹੋਣ, ਉਹਨਾਂ ਨੇ ਸਿੱਖ ਕੌਮ ਦੇ ਗਲ 'ਚ ਲਿਆ ਕੇ ਮੈਡਲ ਪਾਇਆ। ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਉਣ ਵਾਸਤੇ ਗੜਗੜਾਉਂਦੇ ਹੋਏ ਟੈਂਕ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਤੋਰੇ। ਇਦੋਂ ਟੈਂਕਾਂ ਦੀ ਗਰਜ ਸੀ ਦਾ ਦੂਸਰੇ ਪਾਸੇ ਬਾਬਾ ਕੌਮ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਗਰਜਿਆ। ਰੋਬ ਨਾਲ ਮਰਦ ਨੇ ਧਰਤੀ ਕੰਬਾ ਦਿੱਤੀ। ਉਹਦੇ ਡੌਲੇ ਫਰਕੇ, ਉਹਨਾਂ ਦੇ ਸ਼ਸਤਰਾਂ ਨੇ ਅੰਗੜਾਈਆਂ ਲਈਆਂ, ਉਹਨਾਂ ਦੇ ਹਥਿਆਰਾਂ ਨੇ ਬੁੱਲਾਂ ਤੇ ਜ਼ਬਾਨ ਫੇਰੀ ਤੇ ਜਵਾਬੀ ਹਮਲਾ ਕਿਵੇਂ ਕਰਦੇ ਨੇ ਉਸ ਸਿਲ ਦਾ ਵੇਰਵਾ ਢਾਡੀਸ ਨੇ ਸ਼ਬਦਾਂ 'ਚ ਹੈ।
ਜਦੋਂ ਵੇਖਿਆ ਫੌਜਾਂ ਨੇ ਚਾਰਾ ਹੋਰਨਾ, ਜਦੋਂ ਵੇਖਿਆ ਫੌਜਾਂ ਨੇ ਚਾਰਾ ਹੋਰਨਾ, ਹੱਥ ਤੇ ਟੈਂਕ ਵਾਲੇ ਤਖਤ ਵਧਾ। ਮੋਹਨ ਸਿੰਘ ਨੇ ਨਜ਼ਾਰਾ ਜਦੋਂ ਵੇਖਿਆ, ਮੋਹਨ ਸਿੰਘ ਨੇ ਨਜ਼ਾਰਾ ਜਦੋਂ ਵੇਖਿਆ, ਅੱਕਿਆ ਖੂਨ ਨੇਤਰਾਂ ਵਿੱਚ ਆ। ਲੱਕ ਬਨ ਕੇ ਬਰੂਦ ਬੱਚੇ ਆਪਣੇ, ਲੱਕ ਬਨ ਕੇ ਬਰੂਦ ਬੱਚੇ ਆਪਣੇ, ਹੱਥ ਤੇ ਟੈਂਕਾਂ ਦੇ ਉੱਤੇ ਸਟਵਾ। ਜਦੋਂ ਟੈਂਕ ਵੇਖੇ ਸੜੇ ਫੌਜੀ ਹਾਕਮ, ਜਦੋਂ ਟੈਂਕ ਵੇਖੇ ਸੜੇ ਫੌਜੀ ਹਾਕਮ, ਔਕਾ ਹੱਥ ਉਹ ਕੰਨਾਂ ਨੂੰ ਲਾ। ਆਗੇ ਮੋਰਚੇ ਤੋਂ ਬਾਹਰ ਬਾਬਾ ਸਾਹਿਬ ਦੀ, ਆਗੇ ਮੋਰਚੇ ਤੋਂ ਬਾਹਰ ਬਾਬਾ ਸਾਹਿਬ ਦੀ, ਹੱਥ ਦੀ ਲੋਥ ਉੱਤੇ ਲੋਥ ਚੜਾ। ਅੰਤ ਸੈਂਕੜੇ ਚੜਾ ਕੇ ਬੇੜੇ ਮੌਤ ਦੇ, ਅੰਤ ਸੈਂਕੜੇ ਚੜਾ ਕੇ ਬੇੜੇ ਮੌਤ ਦੇ, ਸੋ ਸੂਰਮੇ ਸ਼ਹੀਦੀ ਗਏ ਪਾ। ਯਾਦ ਰਹਿੰਦੀਆਂ ਰਹਿੰਦੀਆਂ ਬਹਾਦਰਾਂ ਤੇਰੀਆਂ, ਜਾਗੀ ਉੱਤੇ ਰਹਿੰਦੀਆਂ ਬਾਲਾ ਜੀ ਤੇਰੀਆਂ। ਹਾਂ ਜੀ ਵਾਰਾਂ ਤੇਰੀਆਂ ਜਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਖਰ ਸੈਂਕੜਿਆਂ ਨੂੰ ਚੜਾ ਕੇ ਘੋੜੀ ਮੌਤ ਦੇ ਗਿਆ, ਸੂਰਮਾ ਸ਼ਹੀਦੀ ਪਾ। ਬਾਬਾ ਜਰਨੈਲ ਸਿੰਘ ਖਾਲਸਾ ਇਸ ਭਿਆਨਕ ਲੜਾਈ 'ਚ ਵੀਰ ਗਤੀ ਨੂੰ ਪ੍ਰਾਪਤ ਹੋ ਗਏ। ਮਰਦ ਨੇ ਜੋ ਕਿਹਾ ਸੀ ਉਹ ਮਰਦ ਬੋਲ ਪਗਾ ਕੇ ਦੁਨੀਆ ਤੋਂ ਹੱਸਦਾ ਹੋਇਆ ਗੁਰੂ ਨਾਨਕ ਦੀ ਪਾਵਨ ਗੋਦ ਦਾ ਸ਼ਿੰਗਾਰ ਬਣਨ ਵਾਸਤੇ ਰਵਾਨਾ ਹੋਇਆ। ਮੈਂ ਕਈ ਵਾਰ ਸੋਚਦਾ ਹਾਂ ਗੁਰੂ ਕਲਗੀਧਰ ਪਾਤਸ਼ਾਹ ਨੰਦੇੜ ਵੱਲ ਨੂੰ ਕੀ ਕਰਨ ਵਾਸਤੇ ਗਏ, ਕੀ ਕਾਰਨ ਸੀ, ਕਿਉਂ ਗਏ? ਕੋਈ ਕਾਰਨ ਹੋਣਗੇ, ਪਰ ਮੈਂ ਮੋਟੇ ਤੌਰ ਤੇ ਗੱਲ ਲੱਭਦਾ ਹਾਂ। ਜਦੋਂ ਅਸੀਂ ਉਧਰ ਨੂੰ ਜਾਂਦੇ ਹਾਂ, ਤੁਸੀਂ ਵੀ ਜਾਣਦੇ ਹੋ, ਨਰੰਗਾਬਾਦ ਦੇ ਲਾਗੇ ਇੱਕ ਕਬਰ ਹੈ। ਉਹ ਕਿਹਦੀ ਹੈ? ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੀ। ਫਿਰ ਤੁਸੀਂ ਹਜੂਰ ਸਾਹਿਬ ਜਾਂਦੇ ਹੋ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅੰਤਮ ਸਥਾਨ ਉੱਥੇ ਹਜੂਰ ਸਾਹਿਬ ਦੀ ਧਰਤੀ ਦੇ ਉੱਤੇ ਦਰਸ਼ਨ ਕਰਦੇ ਹੋ। ਸ਼ਾਇਦ ਇਸੇ ਕਰਕੇ ਜਿਹੜਾ ਹਾਕਮ ਸਾਰੀ ਜ਼ਿੰਦਗੀ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਟੱਕਰ ਲੈਂਦਾ ਰਿਹਾ, ਉਹਦੀ ਕਬਰ ਦੇ ਉੱਤੇ ਕੋਈ ਅਥਰੂ ਕੇਰਨ ਵਾਸਤੇ ਵੀ ਤਿਆਰ ਨਹੀਂ। ਪਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਸਥਾਨ ਦੇ ਉੱਤੇ ਦੁਨੀਆ ਦੇ ਲੋਕ ਜਾ ਕੇ ਸ਼ਰਧਾ ਨਾਲ ਸਿਰ ਝੁਕਾਉਂਦੇ। ਉਹ ਸੰਤ ਜਿਹਨੂੰ ਦੁਨੀਆ ਦੇ ਲੋਕਾਂ ਦੇ ਸਾਹਮਣੇ ਆਪਣਿਆਂ ਤੇ ਬੇਗਾਨਿਆਂ ਨੇ ਆਤਵਾਦੀ ਬਣਾ ਕੇ ਪੇਸ਼ ਕਰ ਦਿੱਤਾ, ਉਹਦੀਆਂ ਤਸਵੀਰਾਂ ਤੇ ਤੁਹਾਡੀਆਂ ਜੈਕਟਾਂ ਦੇ ਉੱਤੇ, ਤੁਹਾਡੀਆਂ ਬਨੈਨਾਂ ਦੇ ਉੱਤੇ, ਤੁਹਾਡੀਆਂ ਗੱਡੀਆਂ ਦੇ ਉੱਤੇ, ਤੁਹਾਡੇ ਟਰੱਕਾਂ ਦੇ ਉੱਤੇ, ਤੁਹਾਡੇ ਬੱਸਾਂ ਦੇ ਉੱਤੇ, ਤੁਹਾਡੇ ਹਿਰਦਿਆਂ ਵਿੱਚ ਹਨ। ਪਰ ਜਿਨ੍ਹਾਂ ਨੇ ਇਸ ਨੂੰ ਆਤਵਾਦੀ ਬਣਾ ਕੇ ਦੁਨੀਆ ਦੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ, ਇਹਨਾਂ ਦੀਆਂ ਤਸਵੀਰਾਂ ਕਿਤੇ ਢੂੰਡਦਿਆਂ ਵੀ ਦੁਨੀਆ ਦੇ ਲੋਕਾਂ ਨੂੰ ਨਹੀਂ ਲੱਭਣਗੀਆਂ। ਉਹ ਅੱਜ ਵੀ ਖਤਮ ਹਨ ਔਰ ਕੱਲ ਵੀ ਖਤਮ ਹਨ। ਐਸੇ ਮਰਦ ਦੁਨੀਆ ਉੱਤੇ ਸਦਾ ਜਿਉਂਦੇ ਨੇ, ਜੋ ਸੱਚ ਦੇ ਉੱਤੇ ਪਹਿਰਾ ਦਿੰਦੇ ਨੇ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਖੋਟ ਨਹੀਂ, ਜਿਨ੍ਹਾਂ ਦਾ ਕਿਸੇ ਨਾਲ ਕੋਈ ਵੈਰ ਨਹੀਂ। ਗਲਤ ਬਾਤ ਹੈ ਕਿ ਉਹਨਾਂ ਦਾ ਕਿਸੇ ਧਰਮ ਦੇ ਨਾਲ, ਹਿੰਦੂ ਧਰਮ ਦੇ ਨਾਲ ਉਹ ਬੜਾ ਬੁਰਾ ਵਰਤਾਓ ਕਰਦੇ ਸਨ। ਝੂਠ ਬੋਲਦੇ ਹਨ ਉਹ ਲੋਕ ਜਿਹੜੇ ਇਹ ਗੱਲ ਕਹਿੰਦੇ ਹਨ। ਉਹ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੇ ਸਨ।
ਹਿੰਦੂ ਵੀ ਉਹਨਾਂ ਦਾ ਉਹਨਾਂ ਹੀ ਸਤਿਕਾਰ ਕਰਦੇ ਸਨ ਜਿੰਨਾ ਸਿੱਖ ਕਰਦੇ ਹਨ। ਪਰ ਉਹਨਾਂ ਦੀ ਤਸਵੀਰ ਨੂੰ ਗਲਤ ਬਣਾ ਕੇ ਪੇਸ਼ ਕੀਤਾ ਗਿਆ ਹੈ। ਉਹਨਾਂ ਨੇ ਤੁਹਾਡੀਆਂ ਮੰਗਾਂ, ਉਹਨਾਂ ਨੇ ਸਾਡੀਆਂ ਮੰਗਾਂ, ਉਹਨਾਂ ਨੇ ਕੌਮ ਦੀਆਂ ਮੰਗਾਂ ਇਹੋ ਹੀ ਮੰਗੀਆਂ ਸਨ, ਹੋਰ ਤੇ ਕੁਝ ਨਹੀਂ ਸਨ ਮੰਗਿਆ। ਕੋਈ ਮੁਲਕ ਵੱਖਰਾ ਨਹੀਂ ਸੀ ਮੰਗਿਆ, ਕੁਝ ਵੀ ਨਹੀਂ ਸੀ ਮੰਗਿਆ। ਇਹ ਮੰਗਿਆ ਸੀ ਜਿਹੜੇ 17 ਵਾਅਦੇ ਸਾਡੇ ਨਾਲ ਕੀਤੇ ਆ ਪੂਰੇ ਕਰ ਦਿਓ। ਅਸੀਂ ਪੰਜਾਬ ਦੀ ਧਰਤੀ ਤੇ ਗਲਤ ਕੰਮ ਨਹੀਂ ਹੋਣ ਦੇਣਾ, ਅਸੀਂ ਆਪਣੇ ਗੁਰੂ ਦੀ ਬੇਇੱਜ਼ਤੀ ਨਹੀਂ ਹੋਣ ਦੇਣੀ, ਅਸੀਂ ਰਾਖੀ ਕਰਾਂਗੇ। ਇਹੋ ਕੁਝ ਆਖਿਆ ਸੀ ਨਾ, ਹੋਰ ਤੇ ਕੁਝ ਨਹੀਂ ਸੀ ਆਖਿਆ। ਉਹ ਮਰਦ ਬੋਲ ਪਗਾ ਕੇ ਗਿਆ, ਉਹਨਾਂ ਕੌਮ ਦੇ ਕੌਮੀ ਪਰਵਾਨਿਆਂ ਦੇ ਸਾਹਮਣੇ ਸਾਡਾ ਸਿਰ ਝੁਕਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇਹ ਅਸੀਂ ਸਿੱਖ ਕੌਮ ਦਾ ਚੌਥਾ ਘੱਲੂਕਾਰਾ। ਇੱਥੋਂ ਗਾਥਾ ਪ੍ਰਾਰੰਭ ਹੁੰਦੀ ਹੈ, ਫਿਰ ਲੱਖਾਂ ਹੀ ਮਰਦੇ ਨੇ। ਨੁਕਸਾਨ ਸਾਡਾ ਹੀ ਹੋਇਆ। ਜੇ ਜਵਾਨੀਆਂ ਮਰੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ, ਸਾਡੇ ਭਰਾ ਸਨ। ਜੇ ਪੁਲਿਸ ਦੇ ਮੁਲਾਜ਼ਮ ਮਾਵਾਂ ਦੇ ਹੀਰੇ ਪੁੱਤ ਲਾਲ ਮਾਰੇ ਗਏ, ਉਹ ਵੀ ਸਾਡੇ ਵਿੱਚੋਂ ਸਾਨੂੰ ਕੋਈ ਅਰਸ਼ਾਂ ਤੋਂ ਨਹੀਂ ਸਨ ਆਏ, ਉਹ ਵੀ ਸਾਡੇ ਆਪਣੇ ਮਾਰੇ ਗਏ। ਇੱਧਰ ਵੀ ਆਪਣੇ ਸਾਡੇ ਮਾਰੇ ਗਏ। ਨੁਕਸਾਨ ਸਾਡਾ ਹੋਇਆ, ਨੁਕਸਾਨ ਕੌਮ ਦਾ ਹੋਇਆ, ਨੁਕਸਾਨ ਪੰਜਾਬ ਦਾ ਹੋਇਆ। ਇਸ ਕਰਕੇ ਦੁਨੀਆ ਦੇ ਲੋਕਾਂ ਨੇ ਔਰ ਤੁਸਾਂ ਨੇ ਇਸ ਨੂੰ ਘੱਲੂਘਾਰਾ ਆਖਿਆ। ਵਾਹਿਗੁਰੂ ਕਿਰਪਾ ਕਰਨ, ਐਸੀਆਂ ਰਾਤਾਂ ਸਾਡੇ ਉੱਤੇ ਕਦੀ ਨਾ ਆਉਣ। ਸਤਿਗੁਰੂ ਸਮਤ ਬਖਸ਼ਿਸ਼ ਕਰਨ ਉਹਨਾਂ ਨੂੰ ਜਿਹੜੇ ਕਿਸੇ ਨਾਲ ਧੱਕਾ ਕਰਦੇ ਹਨ। ਵੀਰ ਜੀ 50 ਦਮੜੇ ਮਾਇਆ ਅਰਦਾਸ ਕਰਾ ਕੇ ਗਏ ਹਨ ਕਿ ਜੇ ਮੈਂ ਬਚਨ ਕੀਤਾ ਹੈ ਕਿ ਉਹਨਾਂ ਦਾ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੈਰ ਵਿਰੋਧ ਨਹੀਂ ਸੀ, ਉਹਦੇ ਤੋਂ ਖੁਸ਼ ਹੋ ਕੇ 50 ਦਮੜੇ ਮਾਇਆ ਅਰਦਾਸ ਕਰਾ ਗਏ ਹਨ। ਇਹ ਸੱਚਾਈ ਹੈ ਸਾਧ ਸੰਗਤ। ਔਰ ਮੈਂ ਨਹੀਂ ਕਹਿ ਰਿਹਾ, ਇਹ ਉਹ ਗੱਲ ਕਹਿੰਦੇ ਨੇ ਜਿਨ੍ਹਾਂ ਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ, ਕਿ ਉਹ ਸੱਚਮੁੱਚ ਹੀ ਹਰ ਧਰਮ ਦਾ ਸਤਿਕਾਰ ਕਰਦੇ ਸਨ। ਉਹ ਹਿੰਦੂਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਨ ਵਾਲੇ ਸਨ। ਉਹਨਾਂ ਨੇ ਵਸਾਈਆਂ ਕਈਆਂ ਦੀਆਂ, ਹਰ ਇੱਕ ਨੂੰ ਬਰਾਬਰ ਦੀ ਨਿਗਾਹ ਨਾਲ ਵੇਖਦੇ ਸਨ। ਇਹ ਤੇ ਸਰਕਾਰਾਂ ਦੇ ਹਿੱਸੇ ਵਿੱਚ ਆਉਂਦਾ ਹੈ ਕਿ ਗਲਤ ਐਕਸ਼ਨ ਦੁਨੀਆ ਦੇ ਲੋਕਾਂ ਸਾਹਮਣੇ ਪੇਸ਼ ਕਰਕੇ ਇੱਕ ਧਰਮ ਨੂੰ ਹੀ ਵੱਖਰਿਆਂ ਕਰ ਦੇਣ ਕਿ ਲਓ ਜੀ ਤੁਹਾਡੇ ਵਿਰੋਧੀ ਸਨ, ਉਹ ਸਿਰਫ ਸਿੱਖਾਂ ਦੇ ਨਹੀਂ, ਸਿੱਖਾਂ ਦੇ ਸਨ। ਜਿਸ ਤਰ੍ਹਾਂ ਅੱਜ ਤੱਕ ਗੁਰੂ ਗੋਬਿੰਦ ਸਿੰਘ ਨੂੰ ਇਹ ਗੱਲ ਕਹਿੰਦੇ ਹਨ, ਉਹ ਮੁਸਲਮਾਨਾਂ ਦੇ ਬੜੇ ਕੱਟੜ ਵਿਰੋਧੀ ਸਨ, ਉਹ ਸਿੱਖਾਂ ਦੇ ਸਨ। ਨਹੀਂ, ਉਹ ਮੁਸਲਮਾਨਾਂ ਦੇ ਵੀ ਉਹਨੇ ਸਨ ਜਿੰਨੇ ਸਿੱਖਾਂ ਦੇ। ਇਹ ਸੰਤ ਸਾਰਿਆਂ ਦੇ ਸਨ, ਕਿਉਂਕਿ ਸੰਤ ਕਿਸੇ ਇੱਕ ਕੌਮ ਦਾ ਨਹੀਂ ਹੁੰਦਾ, ਉਹ ਸਾਰਿਆਂ ਦਾ ਸਾਂਝਾ ਹੁੰਦਾ। ਜਿਸ ਤਰ੍ਹਾਂ ਸਿਆਸੀ ਲੀਡਰ ਜਦੋਂ ਉਹਨੂੰ ਤਾਕਤ ਬਖਸ਼ਿਸ਼ ਕਰ ਦੇਵੇ, ਭਾਵੇਂ ਉਹ ਕਾਂਗਰਸੀ ਆ ਭਾਵੇਂ ਅਕਾਲੀ ਹੈ, ਉਹ ਸਾਰਿਆਂ ਦਾ ਹੈ, ਉਹਦਾ ਫਰਜ਼ ਬਣਦਾ ਹੈ ਉਹ ਸਾਰਿਆਂ ਦਾ ਸਤਿਕਾਰ ਕਰੇ। ਜਦੋਂ ਸਾਡੇ 'ਚ ਸੋਚ ਆ ਜਾਵੇਗੀ, ਫਿਰ ਦੁਨੀਆ ਦਾ ਹਰ ਵਖੇੜਾ ਜਿਹੜਾ ਉਹ ਖਤਮ ਹੋ ਜਾਵੇਗਾ, ਵੈਰ ਵਿਰੋਧ ਖਤਮ ਹੋ ਜਾਏਗਾ। ਪਿੰਡ ਦਾ ਸਰਪੰਚ ਬਣ ਗਿਆ, ਉਹਦਾ ਵੀ ਹੈ ਜਿਹਨੇ ਉਹਨੂੰ ਵੋਟਾਂ ਪਾਈਆਂ, ਉਹਦਾ ਵੀ ਹੈ ਜਿਹਨੇ ਉਹਨੂੰ ਵੋਟਾਂ ਨਹੀਂ ਪਾਈਆਂ, ਉਹਦੇ ਵਾਸਤੇ ਵੀ ਹੈ। ਇਹ ਸਾਡੀ ਭਾਵਨਾ ਬਣੇ, ਆਪਸੀ ਭਾਈਚਾਰਾ ਸਾਡਾ ਬਣੇ, ਸਾਡੇ 'ਚ ਇਤਫਾਕ ਏਕਤਾ ਬਣੇ। ਜਿੱਥੇ ਇੱਕ ਦਾ ਮੁੜਕਾ ਡੋਲਦਾ ਸੀ ਖੂਨ ਡੋਲੀਏ। ਵਾਹਿਗੁਰੂ ਸਾਨੂੰ ਇਹ ਸਮਤ ਬਖਸ਼ਿਸ਼ ਕਰਨ। ਅਜੋਗ ਸ਼ਬਦ ਵਾਸਤੇ ਜਿਹੜਾ ਗੁਰਮਤਿ ਦੇ ਦਾਇਰੇ ਤੋਂ ਲਾਂਭੇ ਸੀ, ਮੈਂ ਕਹਿ ਗਿਆ ਹਾਂ, ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ। ਭੈਣ ਜੀ ਬੱਚਿਆਂ ਦੀ ਤੰਦਰੁਸਤੀ ਵਾਸਤੇ ਮਾਇਆ ਅਰਦਾਸ ਕਰਾਉਂਦੇ, ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਗਿਆਨੀ ਜੀ ਹੋਣਾ ਵੱਲੋਂ ਤੇ ਬੇਅੰਤ ਅਸੀਸਾਂ ਹੀ ਬੜੀਆਂ ਹਨ, ਵਿਦਵਾਨ ਹਨ, ਪੰਥ ਦੇ ਬਹੁਤ ਚੜ੍ਹਦੀ ਕਲਾ ਵਾਲੇ ਹਨ, ਸਤਿਗੁਰੂ ਕਿਰਪਾ ਕਰਨ। ਗੁਰਨਾਮ ਸਿੰਘ ਜੀ ਕਲਸੀਆਂ ਕਵੀਸ਼ਰ, ਉਹਨਾਂ ਨੇ ਵੀ ਮਾਇਆ ਅਰਦਾਸ ਕਰਾਈ। ਤੁਸੀਂ ਸਾਰੇ ਬੜਾ ਪਿਆਰ ਕਰਦੇ ਹੋ, ਮੈਂ ਤੁਹਾਡਾ ਸਾਰਿਆਂ ਦਾ ਰਿਣੀ ਹਾਂ। ਸਾਧ ਸੰਗਤ ਤੁਹਾਡਾ ਸੇਵਕ ਹਾਂ, ਤੁਹਾਡੇ ਜੋੜੇ ਝਾੜਨ ਵਾਲਾ ਮਾਮੂਲੀ ਜਿਹਾ ਇੱਕ ਪ੍ਰਚਾਰਕ ਹਾਂ। ਇਹ ਸੇਵਾ ਕਰਦਿਆਂ ਹੋਈਆਂ ਗਲਤੀਆਂ ਨੂੰ ਤੁਸਾਂ ਨੇ ਨਜ਼ਰਅੰਦਾਜ਼ ਕਰਨਾ, ਅੱਗੇ ਵਾਸਤੇ ਮੇਰਾ ਮਾਰਗਦਰਸ਼ਨ ਵੀ ਕਰਨਾ। ਸਾਥੀ ਸਿੰਘਾਂ ਕੋਲੋਂ ਵਾਰਾਂ ਦਾ ਉਚਾਰਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਦੇਣੀ, ਅਸੀਸਾਂ ਦੇਣੀਆਂ। ਸਮਾਂ ਜ਼ਿਆਦਾ ਲੈ ਗਿਆ ਹਾਂ, ਭਾਵੇਂ ਤੁਹਾਡੇ ਹੁਕਮ ਨਾਲ ਲੈ ਗਿਆ ਹਾਂ, ਪਰ ਮੇਰੇ ਮਨ ਦੁਖਦਾ ਹੈ ਕਿਉਂਕਿ ਮੇਰੇ ਪਿੱਛੇ ਮੇਰੀ ਸ਼੍ਰੇਣੀ ਹੈ। ਅਸਾਂ ਸਾਰਿਆਂ ਨੂੰ ਉਹਨਾਂ ਨੂੰ ਸੁਣ ਕੇ ਜਾਣਾ, ਕੋਈ ਜਾਨ ਦੀ ਖੇਚਲਾ ਨਾ ਕਰਨ। ਜਿੰਨੇ ਵੀ ਵੀਰ ਬੈਠੇ ਹਨ ਇਸੇ ਤਰ੍ਹਾਂ ਬੈਠੇ ਰਹੋ, ਕਿਉਂਕਿ ਜਦੋਂ ਕੋਈ ਉੱਠ ਕੇ ਚਲੇ ਜਾਂਦਾ ਨਾ, ਸਟੇਜ ਦਾ ਵਕਤ ਅੱਧਾ ਉਦੋਂ ਹੀ ਮਰ ਜਾਂਦਾ। ਜੇ ਕੀ ਚਲੇ ਗਏ ਪਤਾ ਨਹੀਂ ਕੀ ਗੱਲ ਹੋਈ। ਜੇ ਦੋ ਸਰੀਰ ਆਣ ਕੇ ਬੈਠ ਜਾਣ ਅਸੀਂ ਦੂਣੇ ਹੋ ਜਾਂਦੇ ਹਾਂ। ਜਿੰਨੇ ਕਿ ਬੈਠੇ ਜੇ ਬੈਠੇ ਰਹੋ, ਇਹ ਨਹੀਂ ਬੇਨਤੀ ਹੈ। ਫਤਿਹ ਬਲਾ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।